ਅੱਜ ਅਸੀਂ ਗੱਲ ਕਰਾਂਗੇ ਦ ਆਰਟ ਆਫ ਸੈਲਫ ਡਿਸਪਲਿਨ ਬਾਈ ਕਿੰਬਰਲੀ ਉਲਸਨ ਬੁੱਕ ਬਾਰੇ। ਰਾਘਵ ਹਮੇਸ਼ਾ ਆਪਣੇ ਆਪ ਨੂੰ ਇੱਕ ਸਵਾਲ ਪੁੱਛਦਾ ਸੀ, ਮੈਂ ਇੰਨਾ ਆਲਸੀ ਕਿਉਂ ਹਾਂ? ਇਹ ਗੱਲ ਉਸ ਦੇ ਮਨ ਵਿੱਚ ਆਉਂਦੀ ਜਦੋਂ ਉਹ ਆਪਣੇ ਡ੍ਰੀਮ ਪ੍ਰੋਜੈਕਟਸ ਅਧੂਰੇ ਛੱਡ ਦਿੰਦਾ ਜਾਂ ਸਵੇਰੇ ਜਦੋਂ ਅਲਾਰਮ ਵੱਜਦਾ ਤੇ ਉਹ ਸਨੂਜ਼ ਬਟਨ ਦਬਾ ਕੇ ਮੁੜ ਸੋ ਜਾਂਦਾ। ਕਈ ਵਾਰ ਉਸਨੇ ਸੋਚਿਆ ਕਿ ਉਹ ਜ਼ਿੰਦਗੀ 'ਚ ਕੁਝ ਵੱਡਾ ਕਰੇਗਾ, ਪਰ ਹਰ ਵਾਰੀ ਟਾਲਮਟੋਲੀ ਨੇ ਰੋਕ ਲਿਆ। ਇੱਕ ਦਿਨ ਜਦੋਂ ਉਹ ਆਪਣੇ ਮਨਪਸੰਦ ਬੁੱਕ ਸਟੋਰ ਵਿੱਚ ਬਿਨਾਂ ਕਿਸੇ ਖਾਸ ਮਕਸਦ ਦੇ ਘੁੰਮ ਰਿਹਾ ਸੀ, ਤਦ ਉਹਦੀ ਨਜ਼ਰ ਇੱਕ ਕਿਤਾਬ ਤੇ ਪਈ, ਦ ਆਰਟ ਆਫ ਸੈਲਫ ਡਿਸਪਲਿਨ ਬੀਟ ਪ੍ਰੋਕ੍ਰਾਸਟੀਨੇਸ਼ਨ ਬ੍ਰੇਕ ਬੈਡ ਹੈਬਿਟਸ ਐਂਡ ਅਚੀਵ ਯੂਰ ਗੋਲਸ। ਨਾਮ ਪੜ੍ਹ ਕੇ ਹੀ ਉਸਨੂੰ ਲੱਗਿਆ ਇਹ ਤਾਂ ਮੈਨੂੰ ਹੀ ਲਿਖੀ ਗਈ। ਫੌਰਨ ਹੀ ਉਹਨੇ ਕਿਤਾਬ ਖਰੀਦ ਲਈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਪਹਿਲਾ ਚੈਪਟਰ ਪੜ੍ਹਨ ਦਾ ਫੈਸਲਾ ਕੀਤਾ। ਫੋਨ ਸਾਇਲੈਂਟ ਤੇ ਰੱਖਿਆ, ਲਾਈਟ ਡਿਮ ਕੀਤੀਆਂ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਪਹਿਲਾ ਲੈਸਨ ਸੀ, ਅੰਡਰਸਟੈਂਡਿੰਗ ਸੈਲਫ ਡਿਸਪਲਿਨ ਇਜ਼ ਫੰਡਾਮੈਂਟਲ। ਉੱਥੇ ਲਿਖਿਆ ਸੀ ਕਿ ਸਵੈ ਅਨੁਸ਼ਾਸਨ ਸਿਰਫ ਇੱਛਾ ਸ਼ਕਤੀ ਨਹੀਂ, ਇਹ ਲੰਮੇ ਸਮੇਂ ਵਾਲੇ ਟੀਚਿਆਂ ਮੁਤਾਬਕ ਆਦਤਾਂ ਬਣਾਉਣ ਬਾਰੇ ਹੁੰਦਾ ਹੈ। ਰਾਘਵ ਨੇ ਸੋਚਿਆ, ਹਾਂ ਯਾਰ, ਮੈਂ ਕਦੇ ਆਪਣੇ ਲਾਂਗ ਟਰਮ ਗੋਲਸ ਤੇ ਧਿਆਨ ਹੀ ਨਹੀਂ ਦਿੱਤਾ। ਉਹ ਪੜ੍ਹਦਾ ਗਿਆ। ਕਿਤਾਬ ਨੇ ਦੱਸਿਆ ਕਿ ਸੈਲਫ ਡਿਸਪਲਿਨ ਸਿਰਫ ਹੈਬਿਟਸ ਦਾ ਖੇਡ ਹੈ ਤੇ ਜਿਹੜੀਆਂ ਚੀਜ਼ਾਂ ਤੇਰੇ ਵੱਡੇ ਸੁਪਨਿਆਂ ਨਾਲ ਮੇਲ ਨਹੀਂ ਖਾਂਦੀਆਂ, ਉਹਨਾਂ ਨੂੰ ਰੋਕਣ ਦਾ ਹੌਸਲਾ ਤੇਰੇ ਅੰਦਰ ਹੋਣਾ ਚਾਹੀਦਾ। ਕਿਤਾਬ ਪੜ੍ਹਦਿਆਂ ਉਹਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ। ਸਕੂਲ ਵਿੱਚ ਉਹ ਬ੍ਰਿਲੀਅੰਟ ਸਟੂਡੈਂਟ ਸੀ, ਟੀਚਰਸ ਉਸਦੀ ਤਾਰੀਫ ਕਰਦੇ ਸੀ, ਪਰ ਕਾਲਜ ਆਉਂਦੇ ਉਹ ਡਿਸਟਰੈਕਸ਼ਨਜ਼ ਵਿੱਚ ਫਸ ਗਿਆ। ਦੋਸਤਾਂ ਨਾਲ ਟਾਈਮ ਪਾਸ, ਸੋਸ਼ਲ ਮੀਡੀਆ ਤੇ ਘੰਟਿਆਂ ਸਕਰੋਲ ਕਰਨਾ, ਹਰ ਕੰਮ ਨੂੰ ਕੱਲ ਕਰਾਂਗੇ ਆਖ ਕੇ ਟਾਲ ਦੇਣਾ ਉਸਦੀ ਆਦਤ ਬਣ ਗਈ ਸੀ। ਕਿਤਾਬ ਨੇ ਕਿਹਾ ਸੀ ਕਿ ਜਦੋਂ ਤੂੰ ਆਪਣੇ ਜੀਵਨ ਵਿੱਚ ਅਹੰਕਾਰ, ਮਨੋਵਿਗਿਆਨਿਕ ਰੁਕਾਵਟਾਂ ਜਾਂ ਨਕਾਰਾਤਮਕ ਵਾਤਾਵਰਣ ਨੂੰ ਮੰਨ ਲੈਂਦਾ ਹੈ ਤਾਂ ਇਹ ਸਵੈ ਅਨੁਸ਼ਾਸਨ ਦੀ ਰਾਹ ਵਿੱਚ ਰੁਕਾਵਟ ਬਣ ਜਾਂਦੇ ਹਨ। ਉਸਨੂੰ ਅਹਿਸਾਸ ਹੋਇਆ ਕਿ ਉਸਦੀ ਪ੍ਰੋਕ੍ਰੈਸਟੀਨੇਸ਼ਨ ਦੀ ਸਭ ਤੋਂ ਵੱਡੀ ਵਜ੍ਹਾ ਉਸਦਾ ਫੇਲ ਹੋਣ ਦਾ ਡਰ ਸੀ। ਜਦ ਵੀ ਉਹ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਦੀ ਸੋਚਦਾ, ਉਹ ਡਰ ਜਾਂਦਾ ਕਿ ਜੇ ਅਸਫਲ ਹੋ ਗਿਆ ਤਾਂ ਲੋਕ ਕੀ ਕਹਿੰਦੇ। ਕਿਤਾਬ ਨੇ ਦੱਸਿਆ ਕਿ ਫੇਲ ਹੋਣ ਦੇ ਡਰ ਨੂੰ ਟੈਕਲ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣੀ ਪੈਂਦੀ ਹੈ। ਫੇਲ ਹੋਣਾ ਜ਼ਿੰਦਗੀ ਦਾ ਹਿੱਸਾ ਹੈ ਤੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਰਾਘਵ ਨੇ ਸੋਚਿਆ, ਮੈਂ ਇਹੀ ਤਾਂ ਗਲਤੀ ਕਰਦਾ ਆ ਰਿਹਾ ਹਾਂ। ਸਫਲਤਾ ਦੀ ਤਾਂ ਚਿੰਤਾ ਕੀਤੀ, ਪਰ ਕੋਸ਼ਿਸ਼ ਕਰਨ ਦੀ ਹਿੰਮਤ ਕਦੇ ਨਹੀਂ ਜੋੜੀ। ਅਗਲੇ ਦਿਨ ਸਵੇਰੇ ਉਸਨੇ ਕੁਝ ਵੱਖਰਾ ਕਰਨ ਦਾ ਫੈਸਲਾ ਲਿਆ। ਫੋਨ ਦਾ ਅਲਾਰਮ 6 ਵਜੇ ਲਾਇਆ ਤੇ ਇਸ ਵਾਰੀ ਸਨੂਜ਼ ਨਹੀਂ ਕੀਤਾ। ਬਿਸਤਰੇ ਤੋਂ ਉੱਠਦੇ ਹੀ ਆਪਣੇ ਆਪ ਨੂੰ ਕਿਹਾ, ਅੱਜ ਮੈਂ ਉਹ ਮੁੰਡਾ ਨਹੀਂ ਬਣਾਂਗਾ ਜੋ ਕਹਿੰਦਾ ਆ ਕੱਲ ਤੋਂ ਸ਼ੁਰੂ ਕਰਾਂਗਾ। ਅੱਜ ਹੀ ਮੇਰਾ ਪਹਿਲਾ ਦਿਨ ਹੈ। ਉਸਨੇ ਦਿਨ ਦੀ ਸ਼ੁਰੂਆਤ ਛੋਟੇ ਜਿਹੇ ਵਰਕਆਊਟ ਤੇ ਧਿਆਨ ਨਾਲ ਕੀਤੀ, ਜਿਸ ਨਾਲ ਅੰਦਰੋਂ ਪੋਜ਼ਿਟਿਵ એનર્ਜੀ ਮਹਿਸੂਸ ਹੋਈ। ਉਸਨੇ ਸੋਚਿਆ, ਇਹ ਤਾਂ ਸੱਚਮੁੱਚ ਕੰਮ ਕਰ ਰਿਹਾ ਹੈ। ਕਿਤਾਬ ਦੇ ਲੈਸਨ ਤੋਂ ਉਸਨੇ ਹੋਰ ਇੱਕ ਗੱਲ ਸਿੱਖੀ, ਆਦਤਾਂ ਹੌਲੀ-ਹੌਲੀ ਬਣਦੀਆਂ ਹਨ। ਉਸਨੇ ਤੈਅ ਕੀਤਾ ਕਿ ਹਰ ਰੋਜ਼ ਇੱਕ ਨਵੀਂ ਛੋਟੀ ਆਦਤ ਤੇ ਕੰਮ ਕਰੇਗਾ। ਸ਼ਾਮ ਨੂੰ ਦਫ਼ਤਰ ਤੋਂ ਵਾਪਸ ਆ ਕੇ ਉਸਨੇ ਆਪਣੇ ਡ੍ਰੀਮ ਪ੍ਰੋਜੈਕਟ ਤੇ ਕੰਮ ਕਰਨ ਦਾ ਮਨ ਬਣਾਇਆ। ਉਸਦਾ ਸੁਪਨਾ ਸੀ ਇੱਕ ਲੇਖਕ ਬਣਨ ਦਾ, ਪਰ ਹਮੇਸ਼ਾ ਪ੍ਰੋਕ੍ਰੈਸਟੀਨੇਸ਼ਨ ਤੇ ਡਰ ਰੋਕ ਲੈਂਦੇ ਸਨ। ਉਸਨੇ ਕਿਤਾਬ ਦਾ ਪਹਿਲਾ ਲੈਸਨ ਯਾਦ ਕੀਤਾ ਤੇ ਆਪਣੇ ਡਰ ਦਾ ਸਾਹਮਣਾ ਕਰਨ ਦੀ ਠਾਣੀ। ਸਭ ਤੋਂ ਪਹਿਲਾਂ ਉਸਨੇ ਆਪਣਾ ਰਾਈਟਿੰਗ ਸਪੇਸ ਠੀਕ ਕੀਤਾ, ਬੇਲੋੜੇ ਡਿਸਟਰੈਕਸ਼ਨਜ਼ ਹਟਾਏ ਤੇ 30 ਮਿੰਟ ਲਈ ਲਿਖਣਾ ਸ਼ੁਰੂ ਕੀਤਾ। ਪਹਿਲੇ ਦਿਨ ਉਸਨੇ ਸਿਰਫ 2 ਪੈਰਾਗ੍ਰਾਫ ਲਿਖੇ, ਪਰ ਆਪਣੇ ਆਪ ਨੂੰ ਕਿਹਾ, ਇਹ ਗਿਣਤੀ ਦੀ ਨਹੀਂ, ਲਗਾਤਾਰਤਾ ਦੀ ਗੱਲ ਹੈ। ਉਸਨੇ ਆਪਣੇ ਆਪ ਨੂੰ ਵਾਅਦਾ ਕੀਤਾ ਕਿ ਹਰ ਰੋਜ਼ 30 ਮਿੰਟ ਲਿਖਣ ਦੀ ਆਦਤ ਬਣਾਵੇਗਾ। ਹੌਲੀ-ਹੌਲੀ ਉਸਦੀ ਜ਼ਿੰਦਗੀ 'ਚ ਛੋਟੇ-ਛੋਟੇ ਬਦਲਾਵ ਆਉਣ ਲੱਗੇ। ਉਹ ਸਵੇਰੇ ਜਲਦੀ ਉੱਠਣ ਲੱਗਾ, ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਤੇ ਆਪਣੇ ਟੀਚਿਆਂ ਲਈ ਛੋਟੇ-ਛੋਟੇ ਕਦਮ ਚੁੱਕਦਾ। ਕਿਤਾਬ ਵਿੱਚ ਰਾਘਵ ਨੇ ਪੜ੍ਹਿਆ ਸੀ ਕਿ ਡਿਸਪਲਿਨ ਦੀ ਸਭ ਤੋਂ ਵੱਡੀ ਕੁੰਜੀ ਲਗਾਤਾਰਤਾ, ਕੰਸਿਸਟੈਂਸੀ ਹੈ ਅਤੇ ਉਸਨੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਦਾ ਮੰਤਰ ਬਣਾ ਲਿਆ। ਹਾਲਾਂਕਿ ਇਹ ਸਭ ਆਸਾਨ ਨਹੀਂ ਸੀ। ਕੁਝ ਦਿਨ ਐਸੇ ਵੀ ਆਉਂਦੇ ਜਦੋਂ ਰਾਘਵ ਦਾ ਮਨ ਨਹੀਂ ਕਰਦਾ ਸੀ ਕਿ ਉਹ ਆਪਣੇ ਗੋਲਸ ਉੱਤੇ ਕੰਮ ਕਰੇ, ਪਰ ਉਹ ਕਿਤਾਬ ਦੀ ਇੱਕ ਹੋਰ ਲਾਈਨ ਯਾਦ ਕਰਦਾ, ਸੈਲਫ ਡਿਸਪਲਿਨ ਇਜ਼ ਨਾਟ ਅਬਾਊਟ ਪਰਫੈਕਸ਼ਨ, ਇਟ ਇਜ਼ ਅਬਾਊਟ ਪ੍ਰੋਗਰੈਸ। ਇਹ ਸੋਚ ਕੇ ਉਹ ਹਰ ਰੋਜ਼ ਆਪਣੇ ਆਪ ਨੂੰ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ। ਰਾਘਵ ਨੂੰ ਸਮਝ ਆ ਗਿਆ ਸੀ ਕਿ ਸੈਲਫ ਡਿਸਪਲਿਨ ਦਾ ਮਤਲਬ ਆਪਣੇ ਆਪ ਨੂੰ ਸਜ਼ਾ ਦੇਣਾ ਨਹੀਂ, ਸਗੋਂ ਆਪਣੀਆਂ ਤਰਜੀਹਾਂ ਨੂੰ ਪਛਾਣਨਾ ਤੇ ਆਪਣੇ ਲਾਂਗ ਟਰਮ ਟੀਚਿਆਂ ਲਈ ਆਪਣੇ ਆਪ ਨੂੰ ਅਨੁਕੂਲ ਕਰਨਾ ਹੈ। ਉਸਨੇ ਮਹਿਸੂਸ ਕੀਤਾ ਕਿ ਛੋਟੇ-ਛੋਟੇ ਕਦਮ ਹੀ ਉਸਨੂੰ ਉਸਦੇ ਵੱਡੇ ਸੁਪਨਿਆਂ ਤੱਕ ਲੈ ਜਾ ਸਕਦੇ ਹਨ। ਹਾਲਾਂਕਿ ਉਸਨੇ ਹੁਣ ਤੱਕ ਸਿਰਫ ਇਸ ਕਿਤਾਬ ਦਾ ਪਹਿਲਾ ਲੈਸਨ ਹੀ ਪੜ੍ਹਿਆ ਸੀ, ਪਰ ਇਹ ਲੈਸਨ ਉਸਦੀ ਜ਼ਿੰਦਗੀ 'ਚ ਬਦਲਾਅ ਦੀ ਸ਼ੁਰੂਆਤ ਕਰ ਚੁੱਕਾ ਸੀ। ਉਸਨੇ ਫੈਸਲਾ ਕੀਤਾ ਕਿ ਉਹ ਹਰ ਹਫ਼ਤੇ ਕਿਤਾਬ ਦਾ ਇੱਕ ਨਵਾਂ ਚੈਪਟਰ ਪੜ੍ਹੇਗਾ ਤੇ ਉਹਦੇ ਵਿੱਚ ਦੱਸੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੇਗਾ। ਹੁਣ ਰਾਘਵ ਦੇ ਜੀਵਨ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਹੌਲੀ-ਹੌਲੀ ਮਜ਼ਬੂਤ ਹੋ ਰਹੀ ਸੀ।
ਹਰ ਰਾਤ ਸੌਣ ਤੋਂ ਪਹਿਲਾਂ ਉਹ ਕਿਤਾਬ ਦਾ ਇੱਕ ਨਵਾਂ ਚੈਪਟਰ ਪੜ੍ਹਦਾ ਅਤੇ ਉਸ ਤੇ ਵਿਚਾਰ ਕਰਦਾ। ਉਸਨੇ ਮਹਿਸੂਸ ਕੀਤਾ ਕਿ ਸਿਰਫ ਪੜ੍ਹਨ ਨਾਲ ਕੁਝ ਨਹੀਂ ਹੋਣਾ ਜਦ ਤੱਕ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰੇਗਾ। ਪਹਿਲੇ ਚੈਪਟਰ ਤੋਂ ਮਿਲੀ ਸਿੱਖ ਤੋਂ ਉਸਦਾ ਰੂਟੀਨ ਕਾਫੀ ਬਦਲ ਚੁੱਕਾ ਸੀ, ਪਰ ਹੁਣ ਉਸਨੂੰ ਸਮਝ ਆਇਆ ਕਿ ਇਹ ਬਦਲਾਅ ਸਿਰਫ ਇੱਕ ਸ਼ੁਰੂਆਤ ਹੈ। ਅਸਲੀ ਕੰਮ ਤਾਂ ਉਦੋਂ ਹੋਵੇਗਾ ਜਦ ਉਹ ਆਪਣੀ ਜ਼ਿੰਦਗੀ ਦੇ ਹਰ ਪੱਲੂ ਨੂੰ ਬੈਲੈਂਸ ਕਰੇਗਾ। ਇੱਕ ਰਾਤ ਉਸਨੇ ਦੂਜਾ ਚੈਪਟਰ ਪੜ੍ਹਨਾ ਸ਼ੁਰੂ ਕੀਤਾ, ਫੋਕਸ ਆਨ ਕੀ ਏਰੀਆਜ਼ ਆਫ ਲਾਈਫ। ਇਹ ਲੈਸਨ ਉਸਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲਾ ਸੀ। ਕਿਤਾਬ ਵਿੱਚ ਲਿਖਿਆ ਸੀ ਕਿ ਸੈਲਫ ਡਿਸਪਲਿਨ ਸਿਰਫ ਇੱਕ ਜਾਂ ਦੋ ਕੰਮਾਂ ਵਿੱਚ ਹੀ ਲਾਗੂ ਕਰਨ ਵਾਲੀ ਚੀਜ਼ ਨਹੀਂ ਹੈ। ਉਸਨੇ ਪੜ੍ਹਿਆ ਕਿ ਸੈਲਫ ਡਿਸਪਲਿਨ ਨੂੰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਫੈਲਾਉਣਾ ਜ਼ਰੂਰੀ ਹੈ ਤਾਂ ਜੋ ਇੱਕ ਹੋਲਿਸਟਿਕ ਅਤੇ ਬੈਲੈਂਸਡ ਲਾਈਫ ਬਣ ਸਕੇ। ਲੈਸਨ ਨੇ ਕੁਝ ਮੁੱਖ ਖੇਤਰਾਂ ਉੱਤੇ ਧਿਆਨ ਦੇਣ ਦੀ ਸਲਾਹ ਦਿੱਤੀ ਸੀ, ਪਰਸਨਲ ਹੈਲਥ, ਇਮੋਸ਼ਨਲ ਰੈਗੂਲੇਸ਼ਨ, ਟਾਈਮ ਮੈਨੇਜਮੈਂਟ, ਪਰਸਨਲ ਰਿਲੇਸ਼ਨਸ਼ਿਪਸ, ਕਰੀਅਰ ਗਰੋਥ ਅਤੇ ਮਨੀ ਮੈਨੇਜਮੈਂਟ। ਰਾਘਵ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛਿਆ ਕਿ ਮੇਰੀ ਜ਼ਿੰਦਗੀ ਦੇ ਇਹ ਸਾਰੇ ਪਹਿਲੂ ਬੈਲੈਂਸ ਵਿੱਚ ਹਨ। ਉਸਨੇ ਜਲਦੀ ਮਹਿਸੂਸ ਕੀਤਾ ਕਿ ਕਿਤੇ ਨਾ ਕਿਤੇ ਉਸ ਦੀ ਪ੍ਰਾਇੋਰਿਟੀ ਖਿਸਕ ਚੁੱਕੀ ਸੀ। ਸਭ ਤੋਂ ਪਹਿਲਾਂ ਉਸਨੇ ਆਪਣੀ ਪਰਸਨਲ ਹੈਲਥ ਬਾਰੇ ਸੋਚਣਾ ਸ਼ੁਰੂ ਕੀਤਾ। ਪਿਛਲੇ ਕੁਝ ਸਾਲਾਂ ਤੋਂ ਉਹ ਆਪਣੀ ਸਿਹਤ ਪ੍ਰਤੀ ਬੇਪਰਵਾਹ ਹੋ ਗਿਆ ਸੀ। ਦਫ਼ਤਰ ਦੇ ਲੰਬੇ ਘੰਟੇ, ਅਣਅਨੁਸ਼ਾਸਿਤ ਖਾਣ-ਪੀਣ ਅਤੇ ਕਿਸੇ ਵੀ ਕਿਸਮ ਦੀ ਫਿਜ਼ੀਕਲ ਐਕਟੀਵਿਟੀ ਦੀ ਕਮੀ ਉਸਦੀ ਸਿਹਤ ਨੂੰ ਹੌਲੀ-ਹੌਲੀ ਖਤਮ ਕਰ ਰਹੀ ਸੀ। ਕਿਤਾਬ ਨੇ ਸਿਖਾਇਆ ਕਿ ਸੈਲਫ ਡਿਸਪਲਿਨ ਦੀ ਸ਼ੁਰੂਆਤ ਆਪਣੀ ਸਿਹਤ ਦੀ ਸੰਭਾਲ ਤੋਂ ਹੁੰਦੀ ਹੈ, ਕਿਉਂਕਿ ਜੇ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਹੋਰ ਕਿਸੇ ਵੀ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਮੁਸ਼ਕਲ ਹੈ। ਅਗਲੇ ਸਵੇਰੇ ਰਾਘਵ ਨੇ ਇੱਕ ਨਵਾਂ ਰੂਟੀਨ ਅਪਣਾਉਣ ਦਾ ਫੈਸਲਾ ਕੀਤਾ। 20 ਮਿੰਟ ਦੀ ਸਧਾਰਨ ਐਕਸਰਸਾਈਜ਼ ਅਤੇ ਕੁਝ ਯੋਗਾ। ਉਸਨੇ ਜੰਕ ਫੂਡ ਘਟਾ ਕੇ ਹੈਲਥੀ ਮੀਲਸ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸ਼ੁਰੂ 'ਚ ਇਹ ਸਭ ਔਖਾ ਲੱਗਿਆ, ਪਰ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਲਗਾਤਾਰਤਾ ਹੀ ਉਸ ਦੀ ਅਸਲ ਜਿੱਤ ਹੋਏਗੀ। ਫਿਰ ਉਸਨੇ ਇਮੋਸ਼ਨਲ ਰੈਗੂਲੇਸ਼ਨ ਬਾਰੇ ਸੋਚਿਆ। ਰਾਘਵ ਨੂੰ ਹਮੇਸ਼ਾ ਆਪਣੀਆਂ ਭਾਵਨਾਵਾਂ ਨੂੰ ਸੰਭਾਲਣ ਵਿੱਚ ਮੁਸ਼ਕਲ ਆਉਂਦੀ ਸੀ। ਜਦੋਂ ਵੀ ਕੁਝ ਗਲਤ ਹੁੰਦਾ, ਉਹ ਜਾਂ ਤਾਂ ਬਹੁਤ ਗੁੱਸਾ ਕਰਦਾ ਜਾਂ ਫਿਰ ਅੰਦਰ ਹੀ ਅੰਦਰ ਕੁੱਟ ਜਾਂਦਾ। ਕਿਤਾਬ ਵਿੱਚ ਲਿਖਿਆ ਸੀ ਕਿ ਇਮੋਸ਼ਨਲ ਰੈਗੂਲੇਸ਼ਨ ਦਾ ਮਤਲਬ ਹੈ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਠੀਕ ਢੰਗ ਨਾਲ ਪ੍ਰਗਟ ਕਰਨਾ। ਓਲਸਨ ਨੇ ਮਸ਼ਵਰਾ ਦਿੱਤਾ ਸੀ ਕਿ ਮੈਡੀਟੇਸ਼ਨ ਅਤੇ ਜਰਨਲਿੰਗ ਇਹਨਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਉਸ ਰਾਤ ਰਾਘਵ ਨੇ ਪਹਿਲੀ ਵਾਰੀ ਇੱਕ ਡਾਇਰੀ ਖਰੀਦੀ ਅਤੇ ਆਪਣੇ ਸਾਰੇ ਦਿਨ ਦੇ ਤਜਰਬੇ ਉਸ ਵਿੱਚ ਲਿਖਣ ਲੱਗ ਪਿਆ। ਉਸਨੇ ਮਹਿਸੂਸ ਕੀਤਾ ਕਿ ਜਦ ਉਹ ਆਪਣੇ ਭਾਵਨਾਵਾਂ ਨੂੰ ਕਾਗਜ਼ ਤੇ ਉਤਾਰਦਾ ਹੈ ਤਾਂ ਉਸਨੂੰ ਇੱਕ ਸਾਫ਼ਗੋਈ ਮਿਲਦੀ ਹੈ। ਉਸਨੇ ਮੈਡੀਟੇਸ਼ਨ ਵੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਆਪਣੇ ਗੁੱਸੇ ਅਤੇ ਡਰ ਨੂੰ ਬਿਹਤਰ ਢੰਗ ਨਾਲ ਮੈਨੇਜ ਕਰ ਸਕੇ। ਹੌਲੀ-ਹੌਲੀ ਉਸਨੂੰ ਆਪਣੇ ਅੰਦਰ ਇੱਕ ਅਜਿਹੀ ਸ਼ਾਂਤੀ ਮਹਿਸੂਸ ਹੋਣੀ ਲੱਗ ਪਈ। ਰਾਘਵ ਨੂੰ ਮਹਿਸੂਸ ਹੋਇਆ ਕਿ ਮੈਨੇਜਮੈਂਟ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਹਰ ਰੋਜ਼ ਘੰਟਿਆਂ ਸੋਸ਼ਲ ਮੀਡੀਆ ਤੇ ਬਿਤਾਉਣਾ, ਬਿਨਾਂ ਕਿਸੇ ਸ਼ੈਡਿਊਲ ਦੇ ਕੰਮ ਕਰਨਾ ਅਤੇ ਫਿਰ ਦਿਨ ਦੇ ਅਖੀਰ 'ਚ ਸੋਚਣਾ ਕਿ ਸਮਾਂ ਕਿੱਥੇ ਚਲਾ ਗਿਆ, ਇਹ ਸਭ ਉਸ ਦੀਆਂ ਆਦਤਾਂ ਬਣ ਚੁੱਕੀਆਂ ਸਨ। ਕਿਤਾਬ ਨੇ ਉਸਨੂੰ ਸਿਖਾਇਆ ਕਿ ਟਾਈਮ ਮੈਨੇਜਮੈਂਟ ਲਈ ਸਭ ਤੋਂ ਜ਼ਰੂਰੀ ਹੈ ਪ੍ਰਾਇੋਰਿਟੀਜ਼ ਨੂੰ ਠੀਕ ਕਰਨਾ। ਉਸਨੇ ਇੱਕ ਸਧਾਰਨ ਸਿਸਟਮ ਅਪਣਾਇਆ। ਹਰ ਰਾਤ ਸੌਣ ਤੋਂ ਪਹਿਲਾਂ ਅਗਲੇ ਦਿਨ ਦੇ 3 ਸਭ ਤੋਂ ਮਹੱਤਵਪੂਰਨ ਕੰਮ ਲਿਖ ਲੈਂਦਾ ਅਤੇ ਸਵੇਰੇ ਉਹਨਾਂ ਨੂੰ ਸਭ ਤੋਂ ਪਹਿਲਾਂ ਪੂਰਾ ਕਰਦਾ। ਉਸਨੇ ਡਿਸਟਰੈਕਸ਼ਨ ਘਟਾਉਣ ਲਈ ਆਪਣੇ ਫੋਨ 'ਚ ਟਾਈਮ ਲਿਮਿਟਸ ਵੀ ਸੈੱਟ ਕੀਤੀਆਂ। ਹੌਲੀ-ਹੌਲੀ ਉਸ ਦਾ ਦਿਨ ਹੋਰ ਜ਼ਿਆਦਾ ਪ੍ਰੋਡਕਟਿਵ ਤੇ ਆਰਗੇਨਾਈਜ਼ਡ ਹੋਣ ਲੱਗ ਪਿਆ। ਫਿਰ ਰਾਘਵ ਨੇ ਆਪਣੇ ਪਰਸਨਲ ਰਿਲੇਸ਼ਨਸ਼ਿਪ ਵੱਲ ਧਿਆਨ ਦਿੱਤਾ। ਉਸਨੂੰ ਅਹਿਸਾਸ ਹੋਇਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਨੇੜਲੇ ਰਿਸ਼ਤੇਦਾਰਾਂ, ਦੋਸਤਾਂ, ਇੱਥੋਂ ਤੱਕ ਕਿ ਆਪਣੇ ਆਪ ਤੋਂ ਵੀ ਘਟ ਗਿਆ ਸੀ। ਓਲਸਨ ਨੇ ਕਿਤਾਬ ਵਿੱਚ ਲਿਖਿਆ ਸੀ ਕਿ ਸੈਲਫ ਡਿਸਪਲਿਨ ਦਾ ਮਤਲਬ ਆਪਣੇ ਰਿਸ਼ਤਿਆਂ ਵਿੱਚ ਵੀ ਮਿਹਨਤ ਕਰਨੀ ਹੁੰਦੀ ਹੈ। ਉਸਨੇ ਫੈਸਲਾ ਕੀਤਾ ਕਿ ਹਰ ਹਫ਼ਤੇ ਉਹ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਕੁਆਲਿਟੀ ਟਾਈਮ ਬਿਤਾਏਗਾ। ਉਸਨੇ ਹਰ ਐਤਵਾਰ ਸਵੇਰੇ ਆਪਣੀ ਮਾਂ ਨਾਲ ਗੱਲਾਂ ਕਰਨ ਦੀ ਆਦਤ ਬਣਾਈ। ਪੁਰਾਣੇ ਦੋਸਤਾਂ ਨਾਲ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀ ਉਸਨੂੰ ਭਾਵਨਾਤਮਕ ਸਹਾਰਾ ਦਿੰਦੀ ਸੀ। ਫਿਰ ਆਇਆ ਕਰੀਅਰ ਗਰੋਥ। ਰਾਘਵ ਦਾ ਸੁਪਨਾ ਸੀ ਕਿ ਉਹ ਇੱਕ ਸਫਲ ਰਾਈਟਰ ਬਣੇ, ਪਰ ਨੌਕਰੀ ਦੀਆਂ ਜ਼ਿੰਮੇਵਾਰੀਆਂ ਅਤੇ ਆਲਸ ਨੇ ਉਸਨੂੰ ਕਦੇ ਪੂਰਾ ਧਿਆਨ ਨਹੀਂ ਦੇਣ ਦਿੱਤਾ। ਕਿਤਾਬ ਨੇ ਸਿਖਾਇਆ ਕਿ ਕਰੀਅਰ ਵਿੱਚ ਅੱਗੇ ਵਧਣ ਲਈ ਆਪਣੇ ਪੈਸ਼ਨ ਨੂੰ ਪ੍ਰਾਇੋਰਿਟੀ ਬਣਾਉਣਾ ਜ਼ਰੂਰੀ ਹੁੰਦਾ ਹੈ। ਉਸਨੇ ਹਰ ਰੋਜ਼ ਆਪਣੀਆਂ ਰਾਈਟਿੰਗ ਸਕਿੱਲਸ ਤੇ ਕੰਮ ਕਰਨਾ ਸ਼ੁਰੂ ਕੀਤਾ, ਭਾਵੇਂ ਕੇਵਲ 1 ਘੰਟਾ ਲਿਖਦਾ, ਪਰ ਕਦੇ ਵੀ ਛੱਡਦਾ ਨਹੀਂ ਸੀ। ਉਸਨੇ ਆਪਣੇ ਆਪ ਨੂੰ ਯਾਦ ਦਿਵਾਇਆ ਕਿ ਪੋਜ਼ਿਟਿਵ ਐਟੀਟਿਊਡ ਜ਼ਰੂਰੀ ਹੈ, ਨਾ ਕਿ ਪੂਰਨਤਾ। ਆਖਿਰ 'ਚ ਰਾਘਵ ਨੇ ਮਨੀ ਮੈਨੇਜਮੈਂਟ ਉੱਤੇ ਧਿਆਨ ਦਿੱਤਾ। ਉਸਨੂੰ ਹਮੇਸ਼ਾ ਪੈਸਾ ਬਚਾਉਣ ਅਤੇ ਸੋਚ ਸਮਝ ਕੇ ਖਰਚ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਲੈਸਨ ਵਿੱਚ ਲਿਖਿਆ ਸੀ ਕਿ ਫਾਈਨੈਂਸ਼ੀਅਲ ਡਿਸਪਲਿਨ ਵੀ ਸੈਲਫ ਡਿਸਪਲਿਨ ਦਾ ਇੱਕ ਅਹਿਮ ਹਿੱਸਾ ਹੈ। ਉਸਨੇ ਆਪਣਾ ਮਾਸਿਕ ਬਜਟ ਬਣਾਇਆ, ਫਜ਼ੂਲ ਖਰਚੇ ਘਟਾਏ ਅਤੇ ਬਚਤ ਵੱਲ ਧਿਆਨ ਦਿੱਤਾ। ਉਸਨੇ ਵੇਖਿਆ
ਕਿ ਜਦੋਂ ਉਸਨੇ ਆਪਣੇ ਫਾਈਨੈਂਸ ਨੂੰ ਕੰਟਰੋਲ ਕੀਤਾ ਤਾਂ ਉਸ ਦੀ ਚਿੰਤਾ ਵੀ ਘੱਟ ਹੋਣੀ ਲੱਗ ਪਈ। ਹੁਣ ਰਾਘਵ ਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਬਦਲਾਅ ਸਾਫ਼ ਨਜ਼ਰ ਆਉਣ ਲੱਗ ਪਏ ਸਨ। ਉਸਨੇ ਮਹਿਸੂਸ ਕੀਤਾ ਕਿ ਸੈਲਫ ਡਿਸਪਲਿਨ ਸਿਰਫ ਵੱਡੇ ਸੁਪਨੇ ਪੂਰੇ ਕਰਨ ਲਈ ਨਹੀਂ, ਸਗੋਂ ਆਪਣੀ ਜ਼ਿੰਦਗੀ ਨੂੰ ਬੈਲੈਂਸ ਅਤੇ ਸਕੂਨ ਨਾਲ ਭਰਨ ਲਈ ਵੀ ਬਹੁਤ ਜ਼ਰੂਰੀ ਹੈ। ਉਸਨੇ ਸਿੱਖਿਆ ਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸੈਲਫ ਡਿਸਪਲਿਨ ਲਾਗੂ ਕਰਨਾ ਹੀ ਅਸਲੀ ਸਫਲਤਾ ਦੀ ਕੁੰਜੀ ਹੈ। ਹੁਣ ਰਾਘਵ ਦੇ ਸਾਹਮਣੇ ਨਵੀਆਂ ਚੁਣੌਤੀਆਂ ਸਨ, ਪਰ ਉਹ ਜਾਣਦਾ ਸੀ ਕਿ ਇਸ ਸਫ਼ਰ 'ਚ ਕਈ ਵਾਰੀ ਉਹ ਫਿਸਲੇਗਾ, ਕਈ ਵਾਰੀ ਸੈਟਬੈਕ ਮਿਲਣਗੇ, ਪਰ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹ ਹਾਰ ਨਹੀਂ ਮੰਨੇਗਾ। ਕਿਤਾਬ ਦਾ ਹਰ ਚੈਪਟਰ ਉਸ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਰਿਹਾ ਸੀ, ਅਤੇ ਇਹ ਤਾਂ ਸਿਰਫ ਸ਼ੁਰੂਆਤ ਸੀ। ਰਾਘਵ ਦੀ ਜ਼ਿੰਦਗੀ ਵਿੱਚ ਹੁਣ ਇੱਕ ਸਕਾਰਾਤਮਕ ਬਦਲਾਅ ਦਿਖਣ ਲੱਗ ਪਿਆ ਸੀ। ਉਸਨੇ ਪਿਛਲੇ ਲੈਸਨਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰ ਦਿਨ ਕੁਝ ਨਾ ਕੁਝ ਕਰਕੇ ਉਹ ਆਪਣੇ ਆਪ ਨੂੰ ਹੋਰ ਵਧੀਆ ਮਹਿਸੂਸ ਕਰਨ ਲੱਗ ਪਿਆ ਸੀ। ਪਰ ਉਸ ਦੇ ਅੰਦਰ ਇੱਕ ਸਵਾਲ ਗੂੰਜਦਾ ਸੀ ਕਿ ਮੈਂ ਆਪਣੇ ਵੱਡੇ ਸੁਪਨਿਆਂ ਵੱਲ ਸਹੀ ਦਿਸ਼ਾ ਵਿੱਚ ਵਧ ਰਿਹਾ ਹਾਂ। ਇੱਕ ਰਾਤ ਉਸਨੇ ਕਿਤਾਬ ਦਾ ਅਗਲਾ ਚੈਪਟਰ ਪੜ੍ਹਨ ਦਾ ਫੈਸਲਾ ਕੀਤਾ, ਬ੍ਰੇਕ ਗੋਲਸ ਇਨਟੂ ਮੈਨੇਜੇਬਲ ਸਟੈਪਸ। ਇਹ ਟੌਪਿਕ ਉਸਨੂੰ ਬਹੁਤ ਰੋਚਕ ਲੱਗਾ ਕਿਉਂਕਿ ਉਸਨੂੰ ਅਕਸਰ ਲੱਗਦਾ ਸੀ ਕਿ ਉਸ ਦੇ ਸੁਪਨੇ ਇੰਨੇ ਵੱਡੇ ਹਨ ਕਿ ਉਹਨਾਂ ਨੂੰ ਹਾਸਲ ਕਰਨਾ ਲਗਭਗ ਨਾਮੁਮਕਿਨ ਹੈ। ਉਹ ਅਕਸਰ ਸੋਚਦਾ ਸੀ, ਯਾਰ ਮੈਂ ਕਿਵੇਂ ਸ਼ੁਰੂਆਤ ਕਰਾਂ? ਇੰਨੀ ਵੱਡੀ ਚੀਜ਼ ਨੂੰ ਇਕੱਲੇ ਮੈਨੇਜ ਕਰਨਾ ਔਖਾ ਹੈ। ਕਿਤਾਬ ਦੀ ਸ਼ੁਰੂਆਤ ਵਿੱਚ ਹੀ ਓਲਸਨ ਨੇ ਇੱਕ ਬਹੁਤ ਹੀ ਸਟੀਕ ਗੱਲ ਲਿਖੀ ਸੀ, ਵੱਡੇ ਲਕਸ਼ਾਂ ਨੂੰ ਛੋਟੇ ਕਾਰਜਨਵਿਤ ਕਦਮਾਂ ਵਿੱਚ ਤੋੜ ਕੇ ਇੱਥੋਂ ਤੱਕ ਕਿ ਸਭ ਤੋਂ ਡਰਾਉਣੇ ਕੰਮਾਂ ਨੂੰ ਵੀ ਹਾਸਲ ਕੀਤਾ ਜਾ ਸਕਦਾ ਹੈ। ਰਾਘਵ ਨੂੰ ਇਹ ਲਾਈਨ ਆਪਣੇ ਦਿਲ ਤੱਕ ਉਤਰਦੀ ਹੋਈ ਮਹਿਸੂਸ ਹੋਈ। ਉਸਨੇ ਤੁਰੰਤ ਆਪਣੀ ਰਾਈਟਿੰਗ ਡੈਸਕ ਉੱਤੇ ਆਪਣੀ ਡਾਇਰੀ ਖੋਲੀ ਅਤੇ ਸੋਚਿਆ, ਚਲੋ ਅੱਜ ਆਪਣੇ ਸੁਪਨਿਆਂ ਨੂੰ ਥੋੜਾ ਆਸਾਨ ਬਣਾਈਏ। ਉਸ ਦੇ ਦਿਮਾਗ ਵਿੱਚ ਸਭ ਤੋਂ ਵੱਡਾ ਸੁਪਨਾ ਸੀ ਇੱਕ ਬੈਸਟ ਸੈਲਿੰਗ ਲੇਖਕ ਬਣਨਾ। ਪਰ ਇਹ ਸੁਪਨਾ ਇੰਨਾ ਵੱਡਾ ਅਤੇ ਡਰਾਉਣਾ ਲੱਗਦਾ ਸੀ ਕਿ ਉਹ ਕਦੇ ਢੰਗ ਨਾਲ ਇਸ ਤੇ ਕੰਮ ਹੀ ਨਹੀਂ ਕਰ ਸਕਿਆ। ਲੈਸਨ ਵਿੱਚ ਲਿਖਿਆ ਸੀ ਕਿ ਵੱਡੇ ਸੁਪਨਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜਨਾ ਉਹਨਾਂ ਨੂੰ ਹਾਸਲ ਯੋਗ ਬਣਾਉਂਦਾ ਹੈ। ਰਾਘਵ ਨੇ ਇਸ ਤੇ ਗੰਭੀਰਤਾ ਨਾਲ ਸੋਚਿਆ ਅਤੇ ਸਭ ਤੋਂ ਪਹਿਲਾਂ ਆਪਣੇ ਸੁਪਨੇ ਨੂੰ ਸਾਫ਼-ਸਾਫ਼ ਪਰਿਭਾਸ਼ਿਤ ਕੀਤਾ। ਉਸਨੇ ਆਪਣੀ ਡਾਇਰੀ ਵਿੱਚ ਲਿਖਿਆ, ਰਾਘਵ ਦਾ ਅਲਟੀਮੇਟ ਗੋਲ ਸੀ ਇੱਕ ਬੈਸਟ ਸੈਲਿੰਗ ਨਾਵਲ ਪ੍ਰਕਾਸ਼ਿਤ ਕਰਨਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਸਨੇ ਆਪਣੇ ਆਪ ਨਾਲ ਸਵਾਲ ਕੀਤਾ ਕਿ ਮੈਨੂੰ ਇਹ ਹਾਸਲ ਕਰਨ ਲਈ ਕਿਹੜੇ-ਕਿਹੜੇ ਛੋਟੇ ਕਦਮ ਚੁੱਕਣੇ ਪੈਣਗੇ। ਕਿਤਾਬ ਦੀਆਂ ਸਲਾਹਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਨੇ ਆਪਣੇ ਵੱਡੇ ਟੀਚੇ ਨੂੰ ਛੋਟੇ-ਛੋਟੇ ਕਦਮਾਂ ਵਿੱਚ ਤੋੜਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਸਨੇ ਇੱਕ ਦਿਲਚਸਪ ਕਹਾਣੀ ਵਿਚਾਰ ਚੁਣਿਆ, ਫਿਰ ਸੋਚਿਆ ਕਿ ਕਹਾਣੀ ਲਿਖਣ ਤੋਂ ਪਹਿਲਾਂ ਉਸ ਨੂੰ ਵਧੀਆ ਤਰੀਕੇ ਨਾਲ ਯੋਜਨਾ ਬਣਾਉਣੀ ਹੋਵੇਗੀ, ਇਸ ਲਈ ਰਿਸਰਚ ਅਤੇ ਆਊਟਲਾਈਨ ਤੇ ਧਿਆਨ ਦਿੱਤਾ। ਫਿਰ ਉਸਨੇ ਫਸਟ ਡਰਾਫਟ ਲਿਖਣ ਦੀ ਯੋਜਨਾ ਬਣਾਈ, ਜਿਸ ਨੂੰ ਉਸਨੇ ਛੋਟੇ-ਛੋਟੇ ਚੈਪਟਰਾਂ ਵਿੱਚ ਵੰਡ ਦਿੱਤਾ। ਚੌਥੇ ਕਦਮ ਤਹਿਤ ਉਸਨੇ ਮੰਨਿਆ ਕਿ ਪਹਿਲਾ ਡਰਾਫਟ ਪਰਫੈਕਟ ਨਹੀਂ ਹੋਵੇਗਾ, ਇਸ ਲਈ ਸੋਧ ਅਤੇ ਸੰਪਾਦਨ ਲਈ ਸਮਾਂ ਦੇਣਾ ਪਵੇਗਾ। ਪੰਜਵੇਂ ਕਦਮ ਵਿੱਚ ਉਸਨੇ ਸੋਚਿਆ ਕਿ ਕਿਸੇ ਪਬਲਿਸ਼ਰ ਨੂੰ ਲੱਭੇ ਜਾਂ ਸੈਲਫ ਪਬਲਿਸ਼ ਕਰੇ, ਇਸ ਲਈ ਰਿਸਰਚ ਸ਼ੁਰੂ ਕਰਨ ਦਾ ਫੈਸਲਾ ਲਿਆ। ਛੇਵਾਂ ਕਦਮ ਸੀ ਮਾਰਕੀਟਿੰਗ ਅਤੇ ਪ੍ਰਮੋਸ਼ਨ। ਉਸਨੇ ਮੰਨਿਆ ਕਿ ਇੱਕ ਲੇਖਕ ਨੂੰ ਆਪਣੇ ਕੰਮ ਦੀ ਪ੍ਰਚਾਰਨਾ ਵੀ ਆਉਣੀ ਚਾਹੀਦੀ ਹੈ। ਜਦ ਉਹਨੇ ਆਪਣੇ ਵੱਡੇ ਸੁਪਨੇ ਨੂੰ ਇੰਨੇ ਛੋਟੇ ਕਦਮਾਂ ਵਿੱਚ ਤੋੜਿਆ ਤਾਂ ਉਹਨੂੰ ਲੱਗਿਆ ਕਿ ਇਹ ਸੁਪਨਾ ਹੁਣ ਡਰਾਉਣਾ ਨਹੀਂ ਲੱਗ ਰਿਹਾ। ਉਸਨੇ ਆਪਣੇ ਆਪ ਨੂੰ ਆਖਿਆ, ਇਹ ਤਾਂ ਮੈਂ ਕਰ ਸਕਦਾ ਹਾਂ, ਸਿਰਫ ਹਰ ਰੋਜ਼ ਕੁਝ ਨਾ ਕੁਝ ਕਰਨਾ ਹੋਵੇਗਾ। ਓਲਸਨ ਨੇ ਕਿਤਾਬ ਵਿੱਚ ਇੱਕ ਹੋਰ ਸਲਾਹ ਦਿੱਤੀ ਸੀ, ਹਰ ਕਦਮ ਲਈ ਹਕੀਕਤੀ ਡੈਡਲਾਈਨ ਤੈਅ ਕਰੋ ਤਾਂ ਜੋ ਤੁਸੀਂ ਮੋਟੀਵੇਟ ਰਹੋ ਅਤੇ ਟਰੈਕ ਤੇ ਬਣੇ ਰਹੋ। ਰਾਘਵ ਨੇ ਇਹ ਵੀ ਲਾਗੂ ਕਰਨ ਦਾ ਸੋਚਿਆ ਅਤੇ ਆਪਣੀ ਡਾਇਰੀ ਵਿੱਚ ਹਰ ਸਟੈਪ ਲਈ ਡੈਡਲਾਈਨ ਲਿਖੀ। ਉਸਨੇ ਨਿਸ਼ਚਾ ਕੀਤਾ ਕਿ ਅਗਲੇ 3 ਮਹੀਨਿਆਂ ਵਿੱਚ ਉਹ ਆਪਣਾ ਪਹਿਲਾ ਡਰਾਫਟ ਪੂਰਾ ਕਰ ਲਏਗਾ। ਉਸ ਰਾਤ ਰਾਘਵ ਨੇ ਆਪਣੀ ਕਹਾਣੀ ਦੇ ਆਈਡੀਆ ਤੇ ਫੋਕਸ ਕੀਤਾ ਅਤੇ ਆਪਣੇ ਬਚਪਨ ਦੇ ਇੱਕ ਅਨੁਭਵ ਨੂੰ ਕਹਾਣੀ ਦਾ ਆਧਾਰ ਬਣਾਇਆ। ਉਸ ਨੂੰ ਲੱਗਾ ਕਿ ਇਹੀ ਹੋਵੇਗੀ ਉਸ ਦੀ ਪਹਿਲੀ ਕਿਤਾਬ ਦੀ ਕਹਾਣੀ। ਉਹ ਇੰਨਾ ਉਤਸ਼ਾਹਿਤ ਹੋ ਗਿਆ ਕਿ ਉਸ ਰਾਤ ਦੇਰ ਤੱਕ ਲਿਖਦਾ ਰਿਹਾ। ਅਗਲੇ ਕੁਝ ਦਿਨਾਂ ਵਿੱਚ ਉਸਨੇ ਦੇਖਿਆ ਕਿ ਹੁਣ ਉਸ ਦਾ ਕੰਮ ਕਾਫੀ ਸਟਰਕਚਰਡ ਹੋ ਗਿਆ ਸੀ। ਜਿੱਥੇ ਪਹਿਲਾਂ ਉਸ ਨੂੰ ਲੱਗਦਾ ਸੀ ਕਿ ਇੱਕ ਪੂਰੀ ਕਿਤਾਬ ਲਿਖਣਾ ਬਹੁਤ ਵੱਡਾ ਕੰਮ ਹੈ, ਹੁਣ ਉਹ ਹਰ ਰੋਜ਼ ਸਿਰਫ ਇੱਕ ਛੋਟੇ ਹਿੱਸੇ ਤੇ ਫੋਕਸ ਕਰਦਾ। ਇਸ ਨਾਲ ਉਸ ਨੂੰ ਵਧੇਰੇ ਮੋਟੀਵੇਸ਼ਨ ਅਤੇ ਸਾਫ਼ਗੜ ਮਿਲੀ। ਕਿਤਾਬ ਵਿੱਚ ਓਲਸਨ ਨੇ ਇੱਕ ਹੋਰ ਟਿਪ ਦਿੱਤੀ ਸੀ, ਛੋਟੀ ਜਿੱਤਾਂ ਦਾ ਜਸ਼ਨ ਮਨਾਓ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰੇਰਿਤ ਰੱਖ ਸਕੋ। ਰਾਘਵ ਨੇ ਇਹ ਵੀ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ। ਜਦੋਂ ਰਾਘਵ ਨੇ ਆਪਣੀ ਕਹਾਣੀ ਦੀ ਆਊਟਲਾਈਨ ਪੂਰੀ ਕਰ ਲਈ ਤਾਂ ਉਸਨੇ ਆਪਣੇ ਆਪ ਨੂੰ ਇਨਾਮ ਦਿੱਤਾ। ਉਹਨੇ ਆਪਣੀ ਮਨਪਸੰਦ ਮੂਵੀ ਦੇਖੀ ਅਤੇ ਇੱਕ ਵਧੀਆ ਡਿਨਰ ਬਣਾਇਆ। ਇਹ ਛੋਟੀਆਂ ਖੁਸ਼ੀਆਂ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਸਨ। ਪਰ ਇਹ ਸਫ਼ਰ ਹਮੇਸ਼ਾ ਆਸਾਨ ਨਹੀਂ ਸੀ। ਕੁਝ ਦਿਨ ਉਹਦੇ ਅਜਿਹੇ ਵੀ ਆਉਂਦੇ ਜਦ ਉਹਦਾ ਮਨ ਨਹੀਂ ਕਰਦਾ ਸੀ ਕਿ ਉਹ ਲਿਖੇ,
ਉਸ ਨੂੰ ਲੱਗਦਾ ਸੀ ਕਿ ਸ਼ਾਇਦ ਉਹਦਾ ਕੰਮ ਚੰਗਾ ਨਹੀਂ ਹੈ ਜਾਂ ਉਹ ਕਦੇ ਆਪਣੇ ਸੁਪਨੇ ਤੱਕ ਨਹੀਂ ਪਹੁੰਚੇਗਾ। ਪਰ ਹਰ ਵਾਰੀ ਉਹ ਕਿਤਾਬ ਦੀ ਇਹ ਲਾਈਨ ਯਾਦ ਕਰਦਾ, ਪ੍ਰਗਤੀ ਤੇ ਧਿਆਨ ਦਿਓ, ਨਾ ਕਿ ਪੂਰਨਤਾ ਤੇ। ਉਹ ਆਪਣੇ ਆਪ ਨੂੰ ਆਖਦਾ, ਲਿਖਦੇ ਜਾ, ਠੀਕ ਤੇ ਗਲਤ ਬਾਅਦ 'ਚ ਵੇਖਾਂਗੇ। ਉਲਸਨ ਨੇ ਕਿਤਾਬ ਵਿੱਚ ਇੱਕ ਪ੍ਰੈਕਟੀਕਲ ਐਕਸਰਸਾਈਜ਼ ਦਿੱਤੀ ਸੀ। ਹਰ ਰਾਤ ਸੌਣ ਤੋਂ ਪਹਿਲਾਂ ਅਗਲੇ ਦਿਨ ਲਈ 3 ਸਟੈਪ ਲਿਖੋ। ਰਾਘਵ ਨੇ ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਲਿਆ। ਉਹ ਹਰ ਰਾਤ ਆਪਣੀ ਡਾਇਰੀ ਵਿੱਚ 3 ਛੋਟੇ-ਛੋਟੇ ਟੀਚੇ ਲਿਖਦਾ ਜੋ ਉਸ ਨੂੰ ਆਪਣੇ ਵੱਡੇ ਟੀਚੇ ਦੇ ਨੇੜੇ ਲੈ ਜਾਣ। ਉਦਾਹਰਨ ਵਜੋਂ, ਇੱਕ ਦਿਨ ਦੇ ਟੀਚੇ ਸਨ: 1 ਕਹਾਣੀ ਦੇ ਪਹਿਲੇ ਚੈਪਟਰ ਦਾ ਪਹਿਲਾ ਡਰਾਫਟ ਪੂਰਾ ਕਰਨਾ, 2 ਕੁਝ ਪਬਲਿਸ਼ਰਾਂ ਦੀ ਲਿਸਟ ਬਣਾਉਣਾ, 3 15 ਮਿੰਟ ਆਪਣਾ ਕੰਮ ਰਿਵਿਊ ਕਰਨਾ। ਜਦੋਂ ਉਸਨੇ ਇਹ ਤਰੀਕਾ ਅਪਣਾਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਸ ਦੇ ਦਿਨ ਪਹਿਲਾਂ ਨਾਲੋਂ ਜ਼ਿਆਦਾ ਆਰਗੇਨਾਈਜ਼ਡ ਅਤੇ ਪ੍ਰੋਡਕਟਿਵ ਹੋ ਗਏ ਹਨ। ਇਹ ਛੋਟੇ-ਛੋਟੇ ਕਦਮ ਪੂਰੇ ਕਰਨ ਨਾਲ ਉਸ ਨੂੰ ਸੰਤੁਸ਼ਟੀ ਮਿਲਦੀ ਸੀ ਅਤੇ ਉਹ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਹੁੰਦਾ ਸੀ। ਕਿਤਾਬ ਨੇ ਉਸ ਨੂੰ ਇੱਕ ਹੋਰ ਮਹੱਤਵਪੂਰਨ ਗੱਲ ਸਿਖਾਈ: ਹਰ ਕਿਸੇ ਦੀ ਜਰਨੀ ਵੱਖਰੀ ਹੁੰਦੀ ਹੈ। ਰਾਘਵ ਨੇ ਆਪਣੇ ਆਪ ਦੀ ਤੁਲਨਾ ਹੋਰਾਂ ਨਾਲ ਕਰਨੀ ਬੰਦ ਕਰ ਦਿੱਤੀ ਅਤੇ ਹੁਣ ਉਹ ਸਿਰਫ ਆਪਣੇ ਛੋਟੇ ਕਦਮਾਂ ਤੇ ਫੋਕਸ ਕਰਦਾ ਅਤੇ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ। ਕੁਝ ਹਫ਼ਤਿਆਂ ਬਾਅਦ ਉਸਨੇ ਦੇਖਿਆ ਕਿ ਉਹਦੀ ਕਹਾਣੀ ਦਾ ਪਹਿਲਾ ਡਰਾਫਟ ਲਗਭਗ ਅੱਧਾ ਪੂਰਾ ਹੋ ਚੁੱਕਾ ਸੀ। ਉਹਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜੋ ਕੰਮ ਕਦੇ ਉਹਨੂੰ ਨਾਮੁਮਕਿਨ ਲੱਗਦਾ ਸੀ, ਹੁਣ ਉਹ ਕਿੰਨਾ ਆਸਾਨ ਅਤੇ ਹਾਸਲਯੋਗ ਲੱਗ ਰਿਹਾ ਸੀ। ਉਸਨੇ ਆਪਣੇ ਆਪ ਨੂੰ ਆਖਿਆ, ਸ਼ਾਇਦ ਮੈਂ ਵਾਕਈ ਇਸ ਵਾਰੀ ਆਪਣਾ ਸੁਪਨਾ ਪੂਰਾ ਕਰ ਸਕਦਾ ਹਾਂ। ਇਹ ਸਫ਼ਰ ਲੰਮਾ ਸੀ, ਪਰ ਹੁਣ ਰਾਘਵ ਨੂੰ ਪਤਾ ਲੱਗ ਚੁੱਕਾ ਸੀ ਕਿ ਸੈਲਫ ਡਿਸਪਲਿਨ ਅਤੇ ਛੋਟੇ-ਛੋਟੇ ਕਦਮਾਂ ਦਾ ਜਾਦੂ ਕੀ ਹੁੰਦਾ ਹੈ। ਹੁਣ ਉਸਨੇ ਆਪਣੇ ਜੀਵਨ ਦੇ ਹਰ ਵੱਡੇ ਟੀਚੇ ਨੂੰ ਇਨ੍ਹਾਂ ਹੀ ਮੈਨੇਜੇਬਲ ਸਟੈਪਸ ਵਿੱਚ ਤੋੜ ਕੇ ਹਾਸਲ ਕਰਨ ਦਾ ਫੈਸਲਾ ਕਰ ਲਿਆ ਸੀ। ਹੁਣ ਉਹ ਸਿਰਫ ਇੱਕ ਲੇਖਕ ਬਣਨ ਵੱਲ ਨਹੀਂ, ਬਲਕਿ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵੱਲ ਵਧ ਰਿਹਾ ਸੀ। ਰਾਘਵ ਹੁਣ ਸਿਰਫ ਇੱਕ ਲੇਖਕ ਬਣਨ ਵੱਲ ਨਹੀਂ, ਬਲਕਿ ਆਪਣੀ ਪੂਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਰਿਹਾ ਸੀ। ਉਸ ਦੀ ਜ਼ਿੰਦਗੀ ਵਿੱਚ ਹੋ ਰਹੇ ਬਦਲਾਅ ਹੁਣ ਉਸ ਦੀ ਸੋਚ ਤੋਂ ਵੀ ਅੱਗੇ ਵਧ ਚੁੱਕੇ ਸਨ। ਜਿਵੇਂ-ਜਿਵੇਂ ਉਹ ਕਿਤਾਬ ਦੇ ਅਗਲੇ ਚੈਪਟਰ ਤੇ ਪਹੁੰਚਿਆ, ਉਸ ਨੂੰ ਸਮਝ ਆਇਆ ਕਿ ਹੁਣ ਉਸ ਨੂੰ ਆਪਣੇ ਭਾਵਨਾਤਮਕ ਪੱਖ ਤੇ ਵੀ ਕੰਮ ਕਰਨਾ ਪਵੇਗਾ। ਉਸਨੇ ਕਲਟੀਵੇਟਿੰਗ ਇਮੋਸ਼ਨਲ ਰੈਗੂਲੇਸ਼ਨ ਨਾਂ ਦੇ ਅਗਲੇ ਪਾਠ ਨੂੰ ਪੜ੍ਹਨਾ ਸ਼ੁਰੂ ਕੀਤਾ। ਉਲਸਨ ਨੇ ਸ਼ੁਰੂ ਵਿੱਚ ਹੀ ਲਿਖਿਆ ਸੀ ਕਿ ਸੈਲਫ ਡਿਸਪਲਿਨ ਨੂੰ ਬਣਾਈ ਰੱਖਣ ਲਈ ਇਮੋਸ਼ਨਲ ਰੈਗੂਲੇਸ਼ਨ ਸਭ ਤੋਂ ਜ਼ਰੂਰੀ ਹੈ, ਕਿਉਂਕਿ ਜੇਕਰ ਭਾਵਨਾਵਾਂ ਨੂੰ ਢੰਗ ਨਾਲ ਹੈਂਡਲ ਨਾ ਕੀਤਾ ਜਾਵੇ ਤਾਂ ਡਿਸਟਰੈਕਸ਼ਨ ਅਤੇ ਸਟ੍ਰੈਸ ਤੁਹਾਡੀ ਤਰੱਕੀ ਨੂੰ ਰੋਕ ਸਕਦੇ ਹਨ। ਰਾਘਵ ਨੂੰ ਲੱਗਾ ਇਹ ਗੱਲ ਉਸ ਲਈ ਬਹੁਤ ਹੀ ਲਾਗੂ ਹੁੰਦੀ ਹੈ, ਕਿਉਂਕਿ ਜਦੋਂ ਵੀ ਕੁਝ ਗਲਤ ਹੁੰਦਾ ਸੀ, ਉਹ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੰਦਾ ਜਾਂ ਫਿਰ ਤਣਾਅ ਵਿੱਚ ਆ ਕੇ ਹਾਰ ਮੰਨ ਲੈਂਦਾ। ਉਲਸਨ ਨੇ ਕਿਹਾ ਸੀ ਕਿ ਇਮੋਸ਼ਨਲ ਰੈਗੂਲੇਸ਼ਨ ਦਾ ਅਰਥ ਹੈ ਭਾਵਨਾਵਾਂ ਨੂੰ ਪਛਾਣਨਾ, ਸਮਝਣਾ ਅਤੇ ਢੰਗ ਨਾਲ ਸੰਭਾਲਣਾ। ਉਸਨੇ 3 ਮੁੱਖ ਤਕਨੀਕਾਂ ਦੱਸੀਆਂ: 1 ਮਾਈਂਡਫੁਲ ਪ੍ਰੈਕਟਿਸ, 2 ਟੈਂਸ਼ਨ ਮੈਨੇਜਮੈਂਟ ਰਣਨੀਤੀਆਂ ਤੇ 3 ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨਾ। ਰਾਘਵ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਇਹਨਾਂ ਤਿੰਨਾਂ ਤੇ ਕੰਮ ਕਰੇਗਾ। ਉਸਨੇ ਸੋਚਿਆ ਕਿ ਜੇ ਮੈਂ ਆਪਣੇ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖ ਜਾਵਾਂ ਤਾਂ ਮੈਂ ਡਿਸਟਰੈਕਸ਼ਨ ਅਤੇ ਨੈਗੇਟਿਵਿਟੀ ਤੋਂ ਬਚ ਸਕਦਾ ਹਾਂ। ਪਹਿਲਾ ਕਦਮ ਸੀ ਮਾਈਂਡਫੁਲ ਪ੍ਰੈਕਟਿਸ। ਕਿਤਾਬ ਵਿੱਚ ਲਿਖਿਆ ਸੀ ਕਿ ਮਾਈਂਡਫੁਲ ਹੋਣ ਦਾ ਅਰਥ ਹੈ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿਣਾ। ਰਾਘਵ ਨੇ ਮਹਿਸੂਸ ਕੀਤਾ ਕਿ ਉਹਦਾ ਮਨ ਹਮੇਸ਼ਾ ਜਾਂ ਤਾਂ ਪਿਛਲੇ ਭੁੱਲਾਂ ਬਾਰੇ ਸੋਚਦਾ ਜਾਂ ਭਵਿੱਖ ਦੀ ਚਿੰਤਾ ਵਿੱਚ ਉਲਝਿਆ ਰਹਿੰਦਾ ਸੀ। ਉਸਨੇ ਫੈਸਲਾ ਕੀਤਾ ਕਿ ਉਹ ਮਾਈਂਡਫੁਲਨੈਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰੇਗਾ। ਉਸਨੇ ਸਵੇਰੇ 10 ਮਿੰਟ ਧਿਆਨ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਅੱਖਾਂ ਬੰਦ ਕਰਕੇ ਸਿਰਫ ਆਪਣੀ ਸਾਹ ਉੱਤੇ ਧਿਆਨ ਕੇਂਦਰਿਤ ਕਰਦਾ। ਸ਼ੁਰੂ ਵਿੱਚ ਇਹ ਆਸਾਨ ਨਹੀਂ ਸੀ, ਕਿਉਂਕਿ ਉਸਦਾ ਮਨ ਹਰ ਪਾਸੇ ਭਟਕਦਾ, ਪਰ ਥੋੜ੍ਹੀ-ਥੋੜ੍ਹੀ ਪ੍ਰੈਕਟਿਸ ਨਾਲ ਉਹਨੂੰ ਆਪਣਾ ਮਨ ਕਾਬੂ ਕਰਨਾ ਆ ਗਿਆ। ਧਿਆਨ ਰਾਹੀਂ ਉਸਨੂੰ ਅਹਿਸਾਸ ਹੋਇਆ ਕਿ ਜਦੋਂ ਉਹ ਆਪਣੀ ਅੰਦਰਲੀ ਸ਼ਾਂਤੀ ਬਣਾਈ ਰੱਖਦਾ ਹੈ ਤਾਂ ਉਹ ਹੋਰ ਜ਼ਿਆਦਾ ਫੋਕਸਡ ਅਤੇ ਬੈਲੈਂਸ ਮਹਿਸੂਸ ਕਰਦਾ ਹੈ। ਇਸ ਦੇ ਨਾਲ ਹੀ ਉਸਨੇ ਮਾਈਂਡਫੁਲ ਈਟਿੰਗ ਨੂੰ ਵੀ ਆਪਣੀ ਆਦਤ ਬਣਾ ਲਿਆ। ਹੁਣ ਰਾਘਵ ਖਾਣਾ ਖਾਂਦੇ ਸਮੇਂ ਸਿਰਫ ਖਾਣੇ ਤੇ ਧਿਆਨ ਦਿੰਦਾ ਸੀ, ਉਸ ਦਾ ਸਵਾਦ, ਖੁਸ਼ਬੂ ਅਤੇ ਬਣਾਵਟ। ਇਸ ਨਾਲ ਨਾ ਸਿਰਫ ਉਸ ਦਾ ਤਣਾਅ ਘਟਿਆ, ਬਲਕਿ ਉਸ ਦੀ ਸਿਹਤ ਤੇ ਵੀ ਸਕਾਰਾਤਮਕ ਅਸਰ ਪੈਣ ਲੱਗਾ। ਦੂਜਾ ਕਦਮ ਸੀ ਸਟ੍ਰੈਸ ਮੈਨੇਜਮੈਂਟ ਸਟ੍ਰੈਟਜੀ। ਉਲਸਨ ਨੇ ਲਿਖਿਆ ਸੀ ਕਿ ਤਣਾਅ ਨੂੰ ਸੰਭਾਲਣਾ ਸੈਲਫ ਡਿਸਪਲਿਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਸਟ੍ਰੈਸ ਵਿੱਚ ਹੁੰਦੇ ਹੋ ਤਾਂ ਦਿਮਾਗ ਅਕਸਰ ਇੰਪਲਸਿਵ ਫੈਸਲੇ ਲੈਂਦਾ ਹੈ ਜੋ ਤੁਹਾਨੂੰ ਆਪਣੇ ਟੀਚਿਆਂ ਤੋਂ ਹਟਾ ਦਿੰਦੇ ਹਨ। ਰਾਘਵ ਨੇ ਸਟ੍ਰੈਸ ਨੂੰ ਮੈਨੇਜ ਕਰਨ ਲਈ ਨਵੇਂ ਤਰੀਕੇ ਅਪਣਾਏ। ਸਭ ਤੋਂ ਪਹਿਲਾਂ ਉਸਨੇ ਜਰਨਲਿੰਗ ਦੀ ਆਦਤ ਪਾ ਲਈ। ਜਦੋਂ ਵੀ ਉਸਨੂੰ ਤਣਾਅ ਹੁੰਦਾ, ਉਹ ਆਪਣੀ ਡਾਇਰੀ ਵਿੱਚ ਲਿਖਦਾ ਕਿ ਉਹ ਕਿਉਂ ਪਰੇਸ਼ਾਨ ਹੈ। ਇਸ ਨਾਲ ਉਸਨੂੰ ਸਪਸ਼ਟਤਾ ਮਿਲਦੀ ਸੀ ਅਤੇ ਉਹ ਆਪਣੇ ਮੁੱਦੇ ਦਾ ਹੱਲ ਲੱਭਣ ਵਿੱਚ ਬਿਹਤਰ ਮਹਿਸੂਸ ਕਰਦਾ।
ਉਸਨੇ ਇੱਕ ਹੋਰ ਨਵਾਂ ਤਰੀਕਾ ਅਪਣਾਇਆ, ਸਟ੍ਰੈਸ ਬ੍ਰੇਕਸ। ਹਰ 2 ਘੰਟਿਆਂ ਬਾਅਦ ਉਹ 5 ਮਿੰਟ ਲਈ ਬ੍ਰੇਕ ਲੈਂਦਾ ਤੇ ਪੂਰੀ ਤਰ੍ਹਾਂ ਆਪਣਾ ਮਨ ਸ਼ਾਂਤ ਕਰਦਾ। ਕਦੇ ਉਹ ਖਿੜਕੀ ਤੋਂ ਬਾਹਰ ਵੇਖਦਾ, ਕਦੇ ਡੂੰਘੀ ਸਾਹ ਲੈਂਦਾ ਤੇ ਆਪਣੇ ਆਪ ਨੂੰ ਕਹਿੰਦਾ, ਇਹ ਮੁਸ਼ਕਲਾਂ ਵੀ ਲੰਘ ਜਾਣਗੀਆਂ। ਰਾਘਵ ਨੇ ਇੱਕ ਹੋਰ ਗੱਲ ਵੀ ਸਿੱਖੀ ਕਿ ਫਿਜ਼ੀਕਲ ਐਕਟੀਵਿਟੀ ਸਟ੍ਰੈਸ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਸਨੇ ਸ਼ਾਮ ਦੀ ਵਾਕ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਚੱਲਦੇ ਹੋਏ ਉਹ ਆਪਣੇ ਮਨਪਸੰਦ ਗੀਤ ਸੁਣਦਾ ਅਤੇ ਇਹ ਸਮਾਂ ਉਸਦੇ ਲਈ ਤਾਜ਼ਗੀ ਭਰਿਆ ਹੁੰਦਾ। ਉਸਨੇ ਵੇਖਿਆ ਕਿ ਜਦੋਂ ਉਹ ਆਪਣੀ ਬਾਡੀ ਨੂੰ ਐਕਟਿਵ ਰੱਖਦਾ ਤਦ ਉਹਦਾ ਦਿਮਾਗ ਵੀ ਵਧੀਆ ਕੰਮ ਕਰਦਾ। ਤੀਜਾ ਕਦਮ ਸੀ ਇੱਕ ਸਕਾਰਾਤਮਕ ਸੋਚ ਵਿਕਸਿਤ ਕਰਨਾ। ਰਾਘਵ ਨੇ ਮਹਿਸੂਸ ਕੀਤਾ ਕਿ ਨੈਗੇਟਿਵਿਟੀ ਉਸਦੀ ਸਭ ਤੋਂ ਵੱਡੀ ਦੁਸ਼ਮਣ ਹੈ। ਜਦੋਂ ਵੀ ਕੋਈ ਨਾਕਾਮੀ ਆਉਂਦੀ, ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ। ਓਲਸਨ ਨੇ ਲਿਖਿਆ ਸੀ ਕਿ ਸਕਾਰਾਤਮਕ ਮਾਈਂਡਸੈਟ ਤੋਂ ਬਿਨਾਂ ਸੈਲਫ ਡਿਸਿਪਲਿਨ ਲੰਮੇ ਸਮੇਂ ਤੱਕ ਕਾਇਮ ਨਹੀਂ ਰਹਿ ਸਕਦਾ। ਕਿਤਾਬ ਵਿੱਚ ਇੱਕ ਤਕਨੀਕ ਦਿੱਤੀ ਗਈ ਸੀ, ਪੋਜ਼ਿਟਿਵ ਅਫਰਮੇਸ਼ਨਸ। ਰਾਘਵ ਨੇ ਵੀ ਇਹ ਅਪਣਾਉਣ ਦਾ ਫੈਸਲਾ ਕੀਤਾ। ਹਰ ਸਵੇਰੇ ਉਹ ਆਪਣੇ ਆਪ ਨਾਲ ਕਹਿੰਦਾ, ਮੈਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਯੋਗ ਹਾਂ। ਹਰ ਨਾਕਾਮੀ ਮੈਨੂੰ ਮਜ਼ਬੂਤ ਬਣਾਉਂਦੀ ਹੈ। ਮੈਂ ਆਪਣੀ ਜ਼ਿੰਦਗੀ ਦਾ ਮਾਲਿਕ ਹਾਂ। ਇਹ ਅਫਰਮੇਸ਼ਨਸ ਨੇ ਉਸ ਦੀ ਸੋਚ ਦੀ ਦਿਸ਼ਾ ਹੌਲੀ-ਹੌਲੀ ਬਦਲ ਦਿੱਤੀ। ਹੁਣ ਜਦੋਂ ਵੀ ਕੋਈ ਚੁਣੌਤੀ ਆਉਂਦੀ ਤਾਂ ਉਹ ਘਬਰਾਉਣ ਦੀ ਥਾਂ ਆਪਣੇ ਆਪ ਨੂੰ ਕਹਿੰਦਾ, ਇਹ ਸਿਰਫ ਇੱਕ ਪਾਠ ਹੈ। ਰਾਘਵ ਨੇ ਆਪਣੀ ਨੈਗੇਟਿਵਿਟੀ ਨੂੰ ਚੁਣੌਤੀ ਦੇਣ ਦਾ ਇੱਕ ਹੋਰ ਤਰੀਕਾ ਅਪਣਾਇਆ। ਉਸਨੇ ਗ੍ਰੈਟੀਟਿਊਡ ਜਰਨਲ ਸ਼ੁਰੂ ਕੀਤਾ। ਹਰ ਰਾਤ ਸੌਣ ਤੋਂ ਪਹਿਲਾਂ ਉਹ 3 ਅਜਿਹੀਆਂ ਗੱਲਾਂ ਲਿਖਦਾ ਜਿਨ੍ਹਾਂ ਲਈ ਉਹ ਸ਼ੁਕਰਗੁਜ਼ਾਰ ਸੀ। ਇਸ ਨਾਲ ਉਸਦਾ ਧਿਆਨ ਆਪਣੀਆਂ ਸਮੱਸਿਆਵਾਂ ਤੋਂ ਹਟ ਕੇ ਆਪਣੀਆਂ ਕਬਰੀਆਂ ਤੇ ਚੱਲ ਗਿਆ। ਜਿਵੇਂ-ਜਿਵੇਂ ਰਾਘਵ ਇਹਨਾਂ ਤਕਨੀਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਕਰਦਾ ਗਿਆ, ਉਸਨੇ ਮਹਿਸੂਸ ਕੀਤਾ ਕਿ ਉਸਦੇ ਇਮੋਸ਼ਨਲ ਰਿਸਪਾਂਸ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲਡ ਹੋ ਗਏ ਹਨ। ਹੁਣ ਜਦੋਂ ਵੀ ਕੋਈ ਡਿਸਟਰੈਕਸ਼ਨ ਆਉਂਦੀ, ਉਹ ਗੁੱਸਾ ਕਰਨ ਜਾਂ ਹਾਰ ਮੰਨਣ ਦੀ ਥਾਂ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਕੇ ਕੰਮ ਤੇ ਵਾਪਸ ਆ ਜਾਂਦਾ। ਇੱਕ ਦਿਨ ਜਦੋਂ ਉਸਦਾ ਰਾਈਟਿੰਗ ਪ੍ਰੋਜੈਕਟ ਇੱਕ ਵੱਡੀ ਸਮੱਸਿਆ ਵਿੱਚ ਫਸ ਗਿਆ, ਉਸਨੇ ਪਹਿਲਾਂ ਪੈਨਿਕ ਕੀਤਾ, ਪਰ ਫਿਰ ਉਸਨੇ ਆਪਣੀਆਂ ਨਵੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਉਸਨੇ ਡੀਪ ਬ੍ਰੇਥਸ ਲਈਆਂ, ਸਮੱਸਿਆ ਨੂੰ ਆਪਣੀ ਡਾਇਰੀ ਵਿੱਚ ਲਿਖਿਆ ਅਤੇ ਇੱਕ ਪ੍ਰੈਕਟੀਕਲ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਨਤੀਜਾ ਇਹ ਹੋਇਆ ਕਿ ਉਸਨੇ ਉਸ ਦਿਨ ਬਿਨਾਂ ਸਟ੍ਰੈਸ ਦੇ ਆਪਣਾ ਕੰਮ ਮੁਕੰਮਲ ਕਰ ਲਿਆ। ਰਾਘਵ ਨੇ ਇਹ ਵੀ ਮਹਿਸੂਸ ਕੀਤਾ ਕਿ ਜਦੋਂ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਦਾ ਹੈ ਤਾਂ ਉਸਦੀ ਰਿਲੇਸ਼ਨਸ਼ਿਪ ਵੀ ਬਿਹਤਰ ਹੋ ਜਾਂਦੀ ਹੈ। ਹੁਣ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਦੇ ਸਮੇਂ ਜ਼ਿਆਦਾ ਪੇਸ਼ੈਂਟ ਅਤੇ ਅੰਡਰਸਟੈਂਡਿੰਗ ਹੋ ਗਿਆ ਸੀ। ਇਸ ਸਫ਼ਰ ਨੇ ਉਸ ਨੂੰ ਸਿਖਾਇਆ ਕਿ ਇਮੋਸ਼ਨਲ ਰੈਗੂਲੇਸ਼ਨ ਨਾ ਸਿਰਫ ਸੈਲਫ ਡਿਸਿਪਲਿਨ ਨੂੰ ਮਜ਼ਬੂਤ ਕਰਦਾ ਹੈ, ਬਲਕਿ ਤੁਹਾਡੀ ਜ਼ਿੰਦਗੀ ਦੇ ਹਰ ਪੱਲੂ ਨੂੰ ਬਿਹਤਰ ਬਣਾਉਂਦਾ ਹੈ। ਉਸਨੇ ਆਪਣੇ ਆਪ ਨਾਲ ਕਿਹਾ, ਜੇ ਮੈਂ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਸਕਦਾ ਹਾਂ ਤਾਂ ਮੈਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦਾ ਹਾਂ। ਰਾਘਵ ਦੀ ਜ਼ਿੰਦਗੀ ਹੁਣ ਕਾਫੀ ਬਦਲ ਚੁੱਕੀ ਸੀ ਅਤੇ ਉਸਨੇ ਮਹਿਸੂਸ ਕੀਤਾ ਕਿ ਸੈਲਫ ਡਿਸਿਪਲਿਨ ਸਿਰਫ ਇੱਕ ਆਦਤ ਨਹੀਂ, ਬਲਕਿ ਇੱਕ ਪੂਰੀ ਲਾਈਫਸਟਾਈਲ ਹੈ। ਪਰ ਜਿਵੇਂ-ਜਿਵੇਂ ਉਹ ਆਪਣੇ ਟੀਚਿਆਂ ਵੱਲ ਵਧ ਰਿਹਾ ਸੀ, ਉਸਨੇ ਵੇਖਿਆ ਕਿ ਇੱਕ ਪੁਰਾਣੀ ਆਦਤ ਅਜੇ ਵੀ ਉਸਦੇ ਰਸਤੇ ਵਿੱਚ ਰੁਕਾਵਟ ਬਣ ਰਹੀ ਸੀ, ਪ੍ਰੋਕ੍ਰੈਸਟੀਨੇਸ਼ਨ। ਜਦੋਂ ਵੀ ਕੋਈ ਵੱਡਾ ਜਾਂ ਮੁਸ਼ਕਿਲ ਕੰਮ ਸਾਹਮਣੇ ਆਉਂਦਾ, ਉਹ ਉਸ ਨੂੰ ਟਾਲਣ ਦਾ ਬਹਾਨਾ ਲੱਭਣ ਲੱਗਦਾ। ਕਦੇ ਉਹ ਸੋਚਦਾ ਕਿ ਅੱਜ ਮੂਡ ਠੀਕ ਨਹੀਂ ਹੈ, ਕਦੇ ਆਪਣੇ ਆਪ ਨੂੰ ਸਮਝਾਉਂਦਾ ਕਿ ਕੱਲ ਕਰ ਲਵਾਂਗਾ ਅਤੇ ਕਦੇ-ਕਦੇ ਤਾਂ ਸਿਰਫ ਟਾਲ ਦਿੰਦਾ। ਇਸੇ ਲਈ ਉਸਨੇ ਫੈਸਲਾ ਕੀਤਾ ਕਿ ਉਹ ਇਸ ਆਦਤ ਨੂੰ ਜੜ ਤੋਂ ਖਤਮ ਕਰੇਗਾ। ਓਲਸਨ ਨੇ ਪ੍ਰੋਕ੍ਰੈਸਟੀਨੇਸ਼ਨ ਨਾਲ ਨਿਪਟਣ ਲਈ ਕੁਝ ਪ੍ਰੈਕਟੀਕਲ ਸਟ੍ਰੈਟਜੀਜ਼ ਦਿੱਤੀਆਂ ਸੀ। ਪਹਿਲਾ ਕਦਮ ਸੀ ਟ੍ਰਿਗਰ ਦੀ ਪਛਾਣ ਕਰਨਾ। ਰਾਘਵ ਨੇ ਧਿਆਨ ਦਿੱਤਾ ਕਿ ਜਦੋਂ ਵੀ ਕੋਈ ਕੰਮ ਬਹੁਤ ਵੱਡਾ ਲੱਗਦਾ ਜਾਂ ਉਸ ਨੂੰ ਪੂਰਾ ਕਰਨ ਦਾ ਦਬਾਅ ਮਹਿਸੂਸ ਹੁੰਦਾ, ਉਹ ਉਸ ਨੂੰ ਟਾਲ ਦਿੰਦਾ। ਉਸਨੇ ਆਪਣੀ ਡਾਇਰੀ ਵਿੱਚ ਉਹ ਕੰਮ ਲਿਖੇ ਜੋ ਉਹ ਅਕਸਰ ਟਾਲਦਾ ਸੀ ਅਤੇ ਇਹ ਵੀ ਲਿਖਿਆ ਕਿ ਉਹ ਕਿਉਂ ਟਾਲਦਾ ਹੈ। ਉਦਾਹਰਨ ਵਜੋਂ, ਚੈਪਟਰ ਦਾ ਡਰ ਜਾਂ ਕਲੀਨਿੰਗ ਹਿਜ਼ ਵਰਕਸਪੇਸ ਜਾਂ ਪਬਲਿਸ਼ਰਾਂ ਨੂੰ ਈਮੇਲ ਭੇਜਣ ਦਾ ਡਰ। ਜਦੋਂ ਉਸਨੇ ਆਪਣੇ ਟ੍ਰਿਗਰ ਨੂੰ ਪਛਾਣ ਲਿਆ, ਉਸਨੇ ਮਹਿਸੂਸ ਕੀਤਾ ਕਿ ਉਹ ਹੁਣ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਦਾ ਹੈ। ਦੂਜਾ ਕਦਮ ਸੀ ਟਾਈਮ ਬਲਾਕਿੰਗ। ਓਲਸਨ ਨੇ ਲਿਖਿਆ ਸੀ ਕਿ ਪ੍ਰੋਕ੍ਰੈਸਟੀਨੇਸ਼ਨ ਨਾਲ ਨਿਪਟਣ ਦਾ ਸਭ ਤੋਂ ਵਧੀਆ ਤਰੀਕਾ ਹੈ ਟਾਈਮ ਬਲਾਕਿੰਗ, ਜਿਸ ਦਾ ਮਤਲਬ ਹੈ ਹਰ ਕੰਮ ਲਈ ਇੱਕ ਨਿਸ਼ਚਿਤ ਸਮਾਂ ਤਿਆਰ ਕਰਨਾ ਅਤੇ ਉਸ ਸਮੇਂ ਵਿੱਚ ਸਿਰਫ ਉਸੇ ਕੰਮ ਤੇ ਧਿਆਨ ਦੇਣਾ। ਰਾਘਵ ਨੇ ਆਪਣੇ ਦਿਨ ਨੂੰ ਬਲਾਕ ਵਿੱਚ ਵੰਡਣਾ ਸ਼ੁਰੂ ਕੀਤਾ। ਉਸਨੇ ਇੱਕ ਪਲਾਨਰ ਖਰੀਦਿਆ ਅਤੇ ਹਰ ਘੰਟੇ ਦਾ ਪਲਾਨ ਬਣਾਉਣਾ ਸ਼ੁਰੂ ਕੀਤਾ, ਜਿਵੇਂ ਸਵੇਰੇ 7 ਤੋਂ 7:30 ਤੱਕ ਮੈਡੀਟੇਸ਼ਨ ਅਤੇ ਜਰਨਲਿੰਗ, ਸਵੇਰੇ 8 ਤੋਂ 9 ਤੱਕ ਲਿਖਾਈ, ਸ਼ਾਮ 6 ਤੋਂ 6:30 ਤੱਕ ਈਮੇਲ ਅਤੇ ਰਿਸਰਚ। ਪਹਿਲੇ ਕੁਝ ਦਿਨਾਂ ਵਿੱਚ ਉਸ ਨੂੰ ਇਸ ਰੂਟੀਨ ਨੂੰ ਫਾਲੋ ਕਰਨ ਵਿੱਚ ਮੁਸ਼ਕਲ ਹੋਈ, ਪਰ ਜਿਵੇਂ-ਜਿਵੇਂ ਉਸਨੇ ਇਸ ਨੂੰ ਜਾਰੀ ਰੱਖਿਆ, ਉਸਨੇ ਵੇਖਿਆ ਕਿ ਉਸਦੇ ਡਿਸਟਰੈਕਸ਼ਨ ਘਟਣ ਲੱਗੇ। ਟਾਈਮ ਬਲਾਕਿੰਗ ਨੇ ਉਸ ਨੂੰ ਡਿਸਿਪਲਿਨ ਬਣਾ ਦਿੱਤਾ। ਤੀਜਾ ਕਦਮ ਸੀ ਡੈਡਲਾਈਨਸ ਸੈੱਟ ਕਰਨਾ। ਓਲਸਨ ਨੇ ਲਿਖਿਆ ਸੀ
ਕਿ ਪ੍ਰੋਕ੍ਰੈਸਟੀਨੇਸ਼ਨ ਆਮ ਤੌਰ ਤੇ ਇਸ ਲਈ ਹੁੰਦਾ ਹੈ ਕਿਉਂਕਿ ਕੋਈ ਸਪਸ਼ਟ ਡੈਡਲਾਈਨ ਨਹੀਂ ਹੁੰਦੀ। ਜੇਕਰ ਤੁਸੀਂ ਜਾਣਦੇ ਹੋ ਕਿ ਕੰਮ ਕਦੋਂ ਤੱਕ ਪੂਰਾ ਕਰਨਾ ਹੈ ਤਾਂ ਤੁਸੀਂ ਉਸ ਤੇ ਫੋਕਸ ਕਰਦੇ ਹੋ। ਰਾਘਵ ਨੇ ਆਪਣੇ ਹਰ ਟੀਚੇ ਲਈ ਡੈਡਲਾਈਨ ਸੈੱਟ ਕਰਨ ਦੀ ਸੋਚੀ। ਰਾਘਵ ਨੇ ਰੀਅਲਿਸਟਿਕ ਡੈਡਲਾਈਨਸ ਬਣਾਈਆਂ ਅਤੇ ਆਪਣੇ ਲਿਖਾਈ ਦੇ ਟੀਚਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜ ਦਿੱਤਾ। ਉਦਾਹਰਨ ਵਜੋਂ ਅਗਲੇ 7 ਦਿਨਾਂ ਵਿੱਚ ਪਹਿਲਾ ਡਰਾਫਟ ਪੂਰਾ ਕਰਨਾ, ਅਗਲੇ 3 ਦਿਨਾਂ ਵਿੱਚ 3 ਪਬਲਿਸ਼ਰਾਂ ਨੂੰ ਈਮੇਲ ਭੇਜਣਾ ਅਤੇ ਹਰ ਐਤਵਾਰ ਆਪਣੇ ਵਰਕਸਪੇਸ ਨੂੰ ਆਰਗੇਨਾਈਜ਼ ਕਰਨਾ। ਜਦੋਂ ਉਸਨੇ ਡੈਡਲਾਈਨਸ ਨੂੰ ਅਪਣਾਇਆ, ਉਸਨੂੰ ਮਹਿਸੂਸ ਹੋਇਆ ਕਿ ਕੰਮ ਹੁਣ ਉਸਨੂੰ ਉਦਨਾ ਭਾਰੀ ਨਹੀਂ ਲੱਗਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਉਸਨੂੰ ਹਰ ਦਿਨ ਸਿਰਫ ਇੱਕ ਛੋਟਾ ਸਾ ਟੀਚਾ ਪੂਰਾ ਕਰਨਾ ਹੈ। ਚੌਥਾ ਕਦਮ ਸੀ ਅਕਾਊਂਟੇਬਿਲਟੀ ਸਿਸਟਮ ਬਣਾਉਣਾ। ਓਲਸਨ ਨੇ ਲਿਖਿਆ ਸੀ ਕਿ ਅਕਾਊਂਟੇਬਿਲਟੀ ਪ੍ਰੋਕ੍ਰੈਸਟੀਨੇਸ਼ਨ ਨੂੰ ਖਤਮ ਕਰਨ ਵਿੱਚ ਬਹੁਤ ਮਦਦ ਕਰ ਸਕਦੀ ਹੈ। ਜਦੋਂ ਕੋਈ ਹੋਰ ਤੁਹਾਨੂੰ ਤੁਹਾਡੇ ਟੀਚਿਆਂ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਤਾਂ ਤੁਸੀਂ ਉਹਨਾਂ ਨੂੰ ਟਾਲਣ ਤੋਂ ਬਚਦੇ ਹੋ। ਰਾਘਵ ਨੇ ਆਪਣੇ ਅਕਾਊਂਟੇਬਿਲਟੀ ਸਿਸਟਮ ਨੂੰ ਵਧਾਉਣ ਲਈ ਆਪਣੇ ਇੱਕ ਕਰੀਬੀ ਦੋਸਤ ਕਬੀਰ ਨਾਲ ਗੱਲ ਕੀਤੀ ਅਤੇ ਉਸਨੂੰ ਆਪਣੇ ਟੀਚਿਆਂ ਬਾਰੇ ਦੱਸਿਆ। ਉਸਨੇ ਕਬੀਰ ਨੂੰ ਕਿਹਾ ਕਿ ਹਰ ਹਫ਼ਤੇ ਉਸ ਤੋਂ ਪੁੱਛੇ ਕਿ ਉਸਨੇ ਕਿੰਨਾ ਪ੍ਰਗਤੀ ਕੀਤੀ ਹੈ। ਕਬੀਰ ਨੇ ਇਹ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਹਰ ਹਫ਼ਤੇ ਜਦੋਂ ਕਬੀਰ ਉਸ ਤੋਂ ਪੁੱਛਦਾ ਤਾਂ ਰਾਘਵ ਨੂੰ ਮੋਟੀਵੇਸ਼ਨ ਮਿਲਦੀ ਕਿ ਉਹ ਆਪਣੇ ਕੰਮ ਨੂੰ ਪੂਰਾ ਕਰੇ। ਇਸ ਤੋਂ ਇਲਾਵਾ ਉਸਨੇ ਸੋਸ਼ਲ ਮੀਡੀਆ ਤੇ ਵੀ ਆਪਣੀ ਲਿਖਾਈ ਯਾਤਰਾ ਬਾਰੇ ਪੋਸਟ ਕਰਨੀ ਸ਼ੁਰੂ ਕੀਤੀ। ਜਦੋਂ ਉਸਦੇ ਦੋਸਤਾਂ ਨੇ ਉਸਦੀ ਤਾਰੀਫ ਕੀਤੀ ਤਾਂ ਉਸਨੂੰ ਹੋਰ ਮੋਟੀਵੇਸ਼ਨ ਮਿਲੀ। ਇਸ ਦੇ ਨਾਲ ਹੀ ਉਸਨੇ ਇੱਕ ਰਿਵਾਰਡ ਸਿਸਟਮ ਵੀ ਬਣਾਇਆ ਜਿਸ ਵਿੱਚ ਉਸਨੇ ਖੁਦ ਨਾਲ ਕਿਹਾ ਕਿ ਜੇ ਮੈਂ ਇਸ ਹਫ਼ਤੇ ਆਪਣੇ 3 ਛੋਟੇ ਟੀਚੇ ਪੂਰੇ ਕਰ ਲਵਾਂਗਾ ਤਾਂ ਮੈਂ ਆਪਣੇ ਲਈ ਇੱਕ ਨਵੀਂ ਕਿਤਾਬ ਖਰੀਦਾਂਗਾ। ਇਹ ਛੋਟਾ ਜਿਹਾ ਰਿਵਾਰਡ ਸਿਸਟਮ ਉਸਨੂੰ ਹਰ ਦਿਨ ਮੋਟੀਵੇਟਿਡ ਰੱਖਦਾ। ਜਿਵੇਂ ਉਸਨੇ ਪ੍ਰੋਕ੍ਰੈਸਟੀਨੇਸ਼ਨ ਨਾਲ ਨਿਪਟਣ ਦੇ ਇਹ ਤਰੀਕੇ ਅਪਣਾਏ, ਉਸਨੂੰ ਮਹਿਸੂਸ ਹੋਇਆ ਕਿ ਉਸਦਾ ਕਾਨਫੀਡੈਂਸ ਵੱਧ ਰਿਹਾ ਹੈ। ਹੁਣ ਉਹ ਮੁਸ਼ਕਿਲ ਜਾਂ ਉਬਾਊ ਕੰਮਾਂ ਤੋਂ ਭੱਜਣ ਦੀ ਬਜਾਏ ਉਹਨਾਂ ਦਾ ਸਾਹਮਣਾ ਕਰਦਾ। ਇੱਕ ਦਿਨ ਜਦੋਂ ਉਸਨੂੰ ਇੱਕ ਲੰਬਾ ਅਤੇ ਥਕਾ ਦੇਣ ਵਾਲਾ ਈਮੇਲ ਲਿਖਣਾ ਸੀ ਤਾਂ ਉਸਦਾ ਮਨ ਫਿਰ ਪ੍ਰੋਕ੍ਰੈਸਟੀਨੇਸ਼ਨ ਕਰਨ ਲੱਗਾ, ਪਰ ਉਸਨੇ ਗਹਿਰੀ ਸਾਂਸ ਲਈ ਅਤੇ ਖੁਦ ਨਾਲ ਕਿਹਾ, ਬਸ 10 ਮਿੰਟ ਦਾ ਟਾਈਮ ਬਲਾਕ ਕਰੋ, ਉਸ ਤੋਂ ਬਾਅਦ ਜੇ ਚਾਹੋ ਤਾਂ ਰੁਕ ਸਕਦੇ ਹੋ। ਉਸਨੇ ਵੇਖਿਆ ਕਿ 10 ਮਿੰਟ ਵਿੱਚ ਹੀ ਉਸਦਾ ਮੋਮੈਂਟਮ ਬਣ ਗਿਆ ਅਤੇ ਉਸਨੇ ਬਿਨਾਂ ਰੁਕੇ ਪੂਰਾ ਈਮੇਲ ਲਿਖ ਲਿਆ। ਰਾਘਵ ਨੂੰ ਇਹ ਅਹਿਸਾਸ ਹੋਇਆ ਕਿ ਪ੍ਰੋਕ੍ਰੈਸਟੀਨੇਸ਼ਨ ਸਿਰਫ ਇੱਕ ਆਦਤ ਸੀ ਅਤੇ ਹਰ ਆਦਤ ਬਦਲੀ ਜਾ ਸਕਦੀ ਹੈ। ਰਾਘਵ ਨੇ ਓਲਸਨ ਦੀਆਂ ਗੱਲਾਂ ਨੂੰ ਯਾਦ ਕੀਤਾ, ਤੁਹਾਨੂੰ ਪਰਫੈਕਟ ਹੋਣ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ ਸ਼ੁਰੂ ਕਰਨਾ ਹੈ। ਧੀਰੇ-ਧੀਰੇ ਰਾਘਵ ਦੀ ਪ੍ਰੋਕ੍ਰੈਸਟੀਨੇਸ਼ਨ ਦੀ ਆਦਤ ਕਮਜ਼ੋਰ ਹੋਣ ਲੱਗੀ ਅਤੇ ਹੁਣ ਉਹ ਆਪਣੇ ਟੀਚਿਆਂ ਦੇ ਕਰੀਬ ਮਹਿਸੂਸ ਕਰਦਾ ਸੀ। ਉਸਨੇ ਦੇਖਿਆ ਕਿ ਜਦੋਂ ਵੀ ਉਹ ਪ੍ਰੋਕ੍ਰੈਸਟੀਨੇਸ਼ਨ ਨੂੰ ਹਰਾਉਂਦਾ ਸੀ ਤਾਂ ਉਸਨੂੰ ਇੱਕ ਅਜੀਬ ਜ਼ਿਆਦਾ ਖੁਸ਼ੀ ਅਤੇ ਗਰਵ ਮਹਿਸੂਸ ਹੁੰਦਾ ਸੀ। ਉਸਨੇ ਖੁਦ ਤੋਂ ਕਿਹਾ, ਜੇ ਮੈਂ ਪ੍ਰੋਕ੍ਰੈਸਟੀਨੇਸ਼ਨ ਤੇ ਕਾਬੂ ਪਾ ਸਕਦਾ ਹਾਂ ਤਾਂ ਹੁਣ ਕੋਈ ਵੀ ਰੁਕਾਵਟ ਮੈਨੂੰ ਮੇਰੇ ਸੁਪਨਿਆਂ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਰਾਘਵ ਨੇ ਹੁਣ ਆਪਣੀ ਜ਼ਿੰਦਗੀ ਦੇ ਹਰ ਪਲੂ ਨੂੰ ਬਦਲਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਸੀ। ਉਸਨੇ ਕਿਤਾਬ ਦ ਆਰਟ ਨੂੰ ਪੜ੍ਹਿਆ ਅਤੇ ਉਸਦਾ ਸਫ਼ਰ ਆਸਾਨ ਨਹੀਂ ਸੀ, ਪਰ ਉਸਨੂੰ ਮਹਿਸੂਸ ਹੋਇਆ ਕਿ ਬਦਲਾਅ ਧੀਰੇ-ਧੀਰੇ ਹੁੰਦਾ ਹੈ ਅਤੇ ਸਭ ਤੋਂ ਜ਼ਰੂਰੀ ਹੈ ਕੰਸਿਸਟੈਂਟ ਐਫਰਟ। ਕਿਤਾਬ ਦੇ ਅੰਤਿਮ ਪੰਨਿਆਂ ਤੱਕ ਪਹੁੰਚਦੇ ਓਲਸਨ ਨੇ ਇੱਕ ਗੱਲ ਤੇ ਜ਼ੋਰ ਦਿੱਤਾ ਸੀ, ਸੈਲਫ ਡਿਸਪਲਿਨ ਕਿਸੇ ਮੁਕਾਮ ਤੇ ਪਹੁੰਚਣ ਵਾਲੀ ਗੱਲ ਨਹੀਂ ਹੈ, ਇਹ ਇੱਕ ਜੀਵਨ ਭਰ ਦੀ ਯਾਤਰਾ ਹੈ। ਰਾਘਵ ਨੂੰ ਸਮਝ ਆ ਗਿਆ ਸੀ ਕਿ ਇਹ ਸਫ਼ਰ ਕਦੇ ਵੀ ਖਤਮ ਨਹੀਂ ਹੋਵੇਗਾ ਕਿਉਂਕਿ ਇਨਸਾਨ ਹਮੇਸ਼ਾ ਕੁਝ ਨਵਾਂ ਸਿੱਖ ਸਕਦਾ ਹੈ ਅਤੇ ਬਿਹਤਰ ਬਣ ਸਕਦਾ ਹੈ। ਇੱਕ ਦਿਨ ਰਾਘਵ ਨੇ ਆਪਣੀ ਲਿਖੀ ਹੋਈ ਕਿਤਾਬ ਦਾ ਆਖਰੀ ਚੈਪਟਰ ਪੂਰਾ ਕੀਤਾ। ਉਹ ਪਲ ਉਸ ਲਈ ਬਹੁਤ ਖਾਸ ਸੀ। ਉਸਨੇ ਜੋ ਸਫ਼ਰ ਸ਼ੁਰੂ ਕੀਤਾ ਸੀ ਉਹ ਹੁਣ ਉਸਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਸੁਪਨੇ ਨੂੰ ਸੱਚ ਵਿੱਚ ਬਦਲ ਚੁੱਕਾ ਸੀ। ਉਸਦੀ ਕਿਤਾਬ, ਜੋ ਉਸਦੀ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਸੀ, ਹੁਣ ਦੁਨੀਆ ਦੇ ਸਾਹਮਣੇ ਆਉਣ ਲਈ ਤਿਆਰ ਸੀ। ਉਸਨੇ ਆਪਣੇ ਦੋਸਤ ਕਬੀਰ ਨੂੰ ਮੈਸੇਜ ਕੀਤਾ, ਮੈਂ ਕਰ ਦਿਖਾਇਆ ਭਾਈ, ਮੇਰੀ ਕਿਤਾਬ ਤਿਆਰ ਹੈ। ਕਬੀਰ ਨੇ ਜਵਾਬ ਦਿੱਤਾ, ਮੈਨੂੰ ਪਤਾ ਸੀ ਕਿ ਤੂੰ ਕਰ ਲਏਗਾ, ਮੈਨੂੰ ਤੇਰੇ ਤੇ ਪੂਰਾ ਭਰੋਸਾ ਸੀ। ਪਰ ਇਹ ਸਿਰਫ ਉਸਦੇ ਸੁਪਨੇ ਪੂਰੇ ਕਰਨ ਦੀ ਗੱਲ ਨਹੀਂ ਸੀ, ਇਸ ਸਫ਼ਰ ਨੇ ਉਸਨੂੰ ਇੱਕ ਬਿਹਤਰ ਇਨਸਾਨ ਬਣਾ ਦਿੱਤਾ ਸੀ। ਉਸਨੇ ਸਿੱਖਿਆ ਸੀ ਕਿ ਕਿਵੇਂ ਆਪਣੇ ਇਮੋਸ਼ਨਸ ਨੂੰ ਸੰਭਾਲਣਾ ਹੈ, ਕਿਵੇਂ ਪ੍ਰੋਕ੍ਰੈਸਟੀਨੇਸ਼ਨ ਨੂੰ ਹਰਾਉਣਾ ਹੈ ਅਤੇ ਕਿਵੇਂ ਆਪਣੀ ਜ਼ਿੰਦਗੀ ਨੂੰ ਸੰਤੁਲਿਤ ਰੱਖਣਾ ਹੈ। ਉਸਨੇ ਖੁਦ ਨਾਲ ਵਾਅਦਾ ਕੀਤਾ ਕਿ ਉਹ ਆਪਣੀ ਇਸ ਨਵੀਂ ਜ਼ਿੰਦਗੀ ਨੂੰ ਕਦੇ ਵੀ ਖੋਣ ਨਹੀਂ ਦੇਵੇਗਾ। ਕਿਤਾਬ ਨੂੰ ਪਬਲਿਸ਼ ਕਰਨ ਦੇ ਬਾਅਦ ਰਾਘਵ ਨੂੰ ਦੁਨੀਆ ਭਰ ਤੋਂ ਤਾਰੀਫ ਮਿਲਣ ਲੱਗੀ। ਉਸ ਦੀ ਕਹਾਣੀ ਨੇ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਕਈ ਲੋਕ ਉਸ ਨੂੰ ਮੈਸੇਜ ਕਰਕੇ ਕਹਿੰਦੇ ਕਿ ਉਸ ਦੀ ਕਿਤਾਬ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪਰ ਰਾਘਵ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਸੀ ਕਿ ਉਸਨੇ ਖੁਦ ਨੂੰ ਸਾਬਤ ਕਰ ਦਿੱਤਾ ਸੀ। ਉਸਨੇ ਆਪਣੇ ਡਰ, ਆਪਣੀਆਂ ਕਮਜ਼ੋਰੀਆਂ ਅਤੇ ਆਪਣੀਆਂ ਆਦਤਾਂ ਨੂੰ ਹਰਾ ਕੇ ਇੱਕ ਨਵੀਂ ਪਛਾਣ ਬਣਾਈ ਸੀ। ਇੱਕ ਦਿਨ ਜਦੋਂ ਰਾਘਵ ਇੱਕ ਕਾਨਫਰੰਸ ਵਿੱਚ ਆਪਣੀ ਕਹਾਣੀ ਸੁਣਾ ਰਿਹਾ ਸੀ,
ਇੱਕ ਨੌਜਵਾਨ ਲੜਕਾ ਖੜਾ ਹੋਇਆ ਅਤੇ ਕਿਹਾ, ਆਪਣੀ ਕਹਾਣੀ ਸੁਣ ਕੇ ਮੈਨੂੰ ਲੱਗਦਾ ਹੈ ਕਿ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਾ ਸਕਦਾ ਹਾਂ। ਪਰ ਕੀ ਤੁਸੀਂ ਮੈਨੂੰ ਇੱਕ ਆਖਰੀ ਸਲਾਹ ਦੇ ਸਕਦੇ ਹੋ ਜਿਸ ਨਾਲ ਮੈਂ ਵੀ ਆਪਣੇ ਡਰ ਅਤੇ ਪ੍ਰੋਕ੍ਰੈਸਟੀਨੇਸ਼ਨ ਨੂੰ ਹਰਾ ਕੇ ਆਪਣੇ ਗੋਲ ਤੱਕ ਪਹੁੰਚ ਸਕਾਂ? ਰਾਘਵ ਨੇ ਮੁਸਕਰਾ ਕੇ ਜਵਾਬ ਦਿੱਤਾ, ਸਭ ਤੋਂ ਪਹਿਲਾਂ ਖੁਦ ਤੇ ਭਰੋਸਾ ਰੱਖੋ। ਕਦੇ ਵੀ ਨਾ ਸੋਚੋ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਅਤੇ ਦੂਜੀ ਗੱਲ ਇਹ ਹੈ ਕਿ ਹਮੇਸ਼ਾ ਛੋਟੇ-ਛੋਟੇ ਕਦਮ ਉਠਾਓ। ਵੱਡੇ ਗੋਲਸ ਨੂੰ ਛੋਟੇ ਹਿੱਸਿਆਂ ਵਿੱਚ ਤੋੜੋ, ਜਿਵੇਂ ਕਿ ਮੈਂ ਕੀਤਾ। ਹਰ ਦਿਨ ਸਿਰਫ ਇੱਕ ਗੱਲ ਤੇ ਕੰਮ ਕਰੋ ਅਤੇ ਸਭ ਤੋਂ ਜ਼ਰੂਰੀ ਗੱਲ, ਕੰਸਿਸਟੈਂਸੀ ਨੂੰ ਬਣਾਈ ਰੱਖੋ। ਉਸ ਲੜਕੇ ਨੇ ਸਿਰ ਹਿਲਾਇਆ ਅਤੇ ਰਾਘਵ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੀ ਜਰਨੀ ਦੇ ਸਭ ਤੋਂ ਅਹਿਮ ਸਬਕ ਨੂੰ ਕਿਸੇ ਹੋਰ ਤੱਕ ਪਹੁੰਚਾਇਆ ਹੈ। ਜਿਵੇਂ ਹੀ ਉਹ ਸਟੇਜ ਤੋਂ ਹੇਠਾਂ ਉਤਰੇ, ਉਸਨੇ ਮਹਿਸੂਸ ਕੀਤਾ ਕਿ ਉਸਨੇ ਕਿਤਾਬ ਤੋਂ ਜੋ ਕੁਝ ਸਿੱਖਿਆ ਸੀ, ਉਹ ਸਿਰਫ ਉਸਦੇ ਲਈ ਨਹੀਂ ਸੀ, ਬਲਕਿ ਉਹ ਸਾਰੇ ਲੋਕਾਂ ਲਈ ਸੀ ਜੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਸੀ। ਹੁਣ ਉਸਦੀ ਜ਼ਿੰਦਗੀ ਦਾ ਮਕਸਦ ਸਿਰਫ ਆਪਣੇ ਗੋਲਸ ਨੂੰ ਹਾਸਲ ਕਰਨਾ ਨਹੀਂ ਸੀ, ਬਲਕਿ ਦੂਜਿਆਂ ਨੂੰ ਇਹ ਸਿਖਾਉਣਾ ਸੀ ਕਿ ਕਿਵੇਂ ਸੈਲਫ ਡਿਸਪਲਿਨ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਉਸਨੇ ਆਪਣੇ ਦਿਲ ਵਿੱਚ ਇੱਕ ਨਵੀਂ ਪ੍ਰੇਰਨਾ ਮਹਿਸੂਸ ਕੀਤੀ। ਹੁਣ ਉਹ ਖੁਦ ਓਲਸਨ ਵਾਂਗ ਇੱਕ ਗਾਈਡ ਬਣਨਾ ਚਾਹੁੰਦਾ ਸੀ ਜੋ ਦੂਜਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਰਾਹ ਦਿਖਾ ਸਕੇ। ਉਸਨੇ ਖੁਦ ਨਾਲ ਵਾਅਦਾ ਕੀਤਾ ਕਿ ਉਸਦੀ ਕਹਾਣੀ ਇੱਥੇ ਖਤਮ ਨਹੀਂ ਹੋਵੇਗੀ, ਇਹ ਤਾਂ ਸਿਰਫ ਸ਼ੁਰੂਆਤ ਹੈ। ਅਤੇ ਇਹਨਾਂ ਤਰੀਕਿਆਂ ਨਾਲ ਰਾਘਵ ਦੀ ਕਹਾਣੀ ਨੇ ਸਿੱਖਿਆ ਕਿ ਬਦਲਾਅ ਸੰਭਵ ਹੈ ਜੇ ਤੁਸੀਂ ਸ਼ੁਰੂ ਕਰਨ ਦੀ ਹਿੰਮਤ ਰੱਖਦੇ ਹੋ। ਰਾਘਵ ਦਾ ਸਫ਼ਰ ਖੁਦ ਨੂੰ ਬਦਲਣ ਅਤੇ ਬਿਹਤਰ ਇਨਸਾਨ ਬਣਨ ਦੀ ਕਹਾਣੀ ਸੀ। ਉਸਨੇ ਦ ਆਰਟ ਆਫ ਸੈਲਫ ਡਿਸਪਲਿਨ ਕਿਤਾਬ ਦੇ ਹਰ ਪਾਠ ਨੂੰ ਨਾ ਸਿਰਫ ਪੜ੍ਹਿਆ, ਸਗੋਂ ਆਪਣੀ ਜ਼ਿੰਦਗੀ ਵਿੱਚ ਅਮਲ ਕਰਕੇ ਆਪਣੀਆਂ ਆਦਤਾਂ, ਸੋਚ ਅਤੇ ਵਰਤਾਰਿਆਂ ਵਿੱਚ ਬਦਲਾਅ ਕੀਤਾ। ਇਸ ਪ੍ਰਕਿਰਿਆ ਵਿੱਚ ਉਸਨੇ ਕਈ ਮਹੱਤਵਪੂਰਨ ਗੱਲਾਂ ਸਿੱਖੀਆਂ। ਸਭ ਤੋਂ ਪਹਿਲਾਂ ਉਸਨੇ ਸੈਲਫ ਡਿਸਪਲਿਨ ਦੇ ਮਹੱਤਵ ਨੂੰ ਸਮਝਿਆ। ਉਸਨੂੰ ਪਤਾ ਚੱਲਾ ਕਿ ਸੈਲਫ ਡਿਸਪਲਿਨ ਸਿਰਫ ਇੱਛਾ ਸ਼ਕਤੀ ਨਹੀਂ, ਬਲਕਿ ਸਹੀ ਆਦਤਾਂ ਅਤੇ ਰਗਕਾਲੀਨ ਲੱਕੜਿਆਂ ਲਈ ਪ੍ਰਤੀਬੱਧਤਾ ਹੈ। ਉਸਨੇ ਆਪਣੇ ਡਰ ਅਤੇ ਨੈਗੇਟਿਵ ਪ੍ਰਭਾਵਾਂ ਨੂੰ ਪਛਾਣ ਕੇ ਉਹਨਾਂ ਨਾਲ ਜੰਗ ਕਰਨ ਦਾ ਤਰੀਕਾ ਸਿੱਖਿਆ। ਇਸ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸਿਹਤ, ਸਮਾਂ ਪ੍ਰਬੰਧਨ, ਕਰੀਅਰ ਅਤੇ ਰਿਸ਼ਤੇ ਵਿੱਚ ਸੰਤੁਲਨ ਲਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਮਹਿਸੂਸ ਕੀਤਾ ਕਿ ਹਰ ਖੇਤਰ ਵਿੱਚ ਸੈਲਫ ਡਿਸਪਲਿਨ ਨੂੰ ਲਾਗੂ ਕਰਨਾ ਉਸਦੀ ਸਫਲਤਾ ਅਤੇ ਸੰਤੁਲਨ ਦਾ ਆਧਾਰ ਹੈ। ਫਿਰ ਉਸਨੇ ਆਪਣੇ ਗੋਲਸ ਨੂੰ ਛੋਟੇ-ਛੋਟੇ ਕਦਮਾਂ ਵਿੱਚ ਤੋੜਨ ਦਾ ਤਰੀਕਾ ਸਿੱਖਿਆ ਅਤੇ ਆਪਣੇ ਕੰਮ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਕੇ ਹਰ ਦਿਨ ਕੁਝ ਕੁ ਕਰਕੇ ਆਪਣੇ ਸੁਪਨੇ ਦੀਆਂ ਪਾਸੇ ਵਧਿਆ। ਇਮੋਸ਼ਨਲ ਰੈਗੂਲੇਸ਼ਨ ਵਿੱਚ ਉਸਨੇ ਸਿੱਖਿਆ ਕਿ ਭਾਵਨਾਵਾਂ ਨੂੰ ਨਿਯੰਤਰਿਤ ਕਰਨਾ ਸੈਲਫ ਡਿਸਪਲਿਨ ਦਾ ਇੱਕ ਅਹਿਮ ਭਾਗ ਹੈ। ਉਸਨੇ ਮਾਈਂਡਫੁਲ ਸਟ੍ਰੈਸ ਮੈਨੇਜਮੈਂਟ ਅਤੇ ਗ੍ਰੈਟਿਟਿਊਡ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਕੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਕੀਤਾ। ਆਖਿਰਕਾਰ ਉਸਨੇ ਪ੍ਰੋਕ੍ਰੈਸਟੀਨੇਸ਼ਨ ਨੂੰ ਹਾਰਨ ਤੇ ਕੰਮ ਕੀਤਾ। ਉਸਨੇ ਪ੍ਰੋਕ੍ਰੈਸਟੀਨੇਸ਼ਨ ਦੇ ਟ੍ਰਿਗਰਸ ਨੂੰ ਪਛਾਣਿਆ, ਟਾਈਮ ਬਲਾਕਿੰਗ ਅਤੇ ਡੈਡਲਾਈਨਸ ਦੀ ਵਰਤੋਂ ਕੀਤੀ ਅਤੇ ਅਕਾਊਂਟੇਬਿਲਟੀ ਸਿਸਟਮਸ ਦੀ ਮਦਦ ਨਾਲ ਆਪਣੇ ਕੰਮ ਨੂੰ ਟਾਲਣ ਦੀ ਆਦਤ ਨੂੰ ਕਾਬੂ ਪਾਇਆ। ਇਹਨਾਂ ਸਭ ਪਾਠਾਂ ਨੇ ਰਾਘਵ ਨੂੰ ਇੱਕ ਡਿਸਪਲਿਨ, ਫੋਕਸਡ ਅਤੇ ਸਫਲ ਵਿਅਕਤੀ ਬਣਾ ਦਿੱਤਾ। ਉਸ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਬਦਲਾਅ ਮੁਸ਼ਕਲ ਹੋ ਸਕਦਾ ਹੈ, ਪਰ ਸਹੀ ਕੋਸ਼ਿਸ਼ ਅਤੇ ਨਿਰੰਤਰਤਾ ਨਾਲ ਸਭ ਕੁਝ ਸੰਭਵ ਹੈ।